Hello dear viewers, today we are here with a special video for IELTS students. But it is not only for the IELTS students, it is also for the classes 4th to plus 2. In this video we will teach grammar portion. You can easily learn and understand English and you can even speak also. So let's start our English, and we are here with the teacher Mr. Parasnath Bansal, and let's go to him. But before going to him, I request you all that if you haven't subscribed my channel, please subscribe it and share it. So now let's go to the teacher. Dear students, good morning. Oh, some viewers are think that why I say only good morning, because they are watching our video in the afternoon, in the evening, at night. So I think I wish hello, good morning, good afternoon, good evening. ਕੁਝ ਵਿਦਿਆਰਥੀ ਇਹ ਸੋਚ ਰਹੇ ਹੋਣਗੇ ਕਿ ਅਨੁਰਾਗ ਨੇ ਦੱਸਿਆ ਕਿ ਇਹ ਆਇਲਸ ਕਰ ਰਹੇ ਵਿਦਿਆਰਥੀਆਂ ਵਾਸਤੇ ਤੇ 4th ਤੋਂ 12th ਦੇ ਸਟੂਡੈਂਟਸ ਵਾਸਤੇ ਵੀਡੀਓ ਖਾਸ ਹੈ, ਕਿਉਂਕਿ ਉਹਨਾਂ ਨੂੰ ਅਸੀਂ ਗ੍ਰਾਮਰ ਆਇਲਸ ਵਾਸਤੇ ਕੁਝ ਖਾਸ ਨੁਕਤੇ ਦੱਸਾਂਗੇ। ਠੀਕ ਹੈ, ਪਰ ਵਿਦਿਆਰਥੀ ਤਾਂ ਇਹ ਸੋਚ ਰਹੇ ਹੋਣਗੇ ਕਿ ਅਨੁਰਾਗ ਉਹ ਵੀ ਇੰਗਲਿਸ਼ ਬੋਲ ਰਹੀ ਸੀ ਤੇ ਸਰ ਵੀ ਇੰਗਲਿਸ਼ ਹੀ ਬੋਲਣੀ ਸਟਾਰਟ ਕਰਤੀ ਤੇ ਅਸੀਂ ਸਮਝਾਂਗੇ ਕਿਵੇਂ। ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਇੱਕ ਇੱਕ ਅੱਖਰ ਚੰਗੀ ਤਰ੍ਹਾਂ ਸਮਝਾਵਾਂਗੇ, ਤੁਹਾਡੇ ਦਿਮਾਗ ਵਿੱਚ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਨੂੰ ਮਾਣ ਹੈ ਕਿ ਜੋ ਅਸੀਂ ਵੀਡੀਓਜ਼ ਪਹਿਲਾਂ ਪਾਈਆਂ ਨੇ ਟੈਂਸਿਸ ਦੀਆਂ, ਉਹਨਾਂ ਨੂੰ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ, ਬਹੁਤ ਵਧੀਆ ਹੁੰਗਾਰਾ ਦੇ ਰਹੇ ਹੋ, ਸਿੱਖ ਰਹੇ ਹੋ। ਤੇ ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਦੇ ਹਾਂ ਉਹਨਾਂ ਜਨਰਲ ਟਿਪਸ ਦੀ ਜੋ ਆਮ ਤੌਰ 'ਤੇ ਕਲਾਸਿਸ ਦੇ ਵਿੱਚ ਮਿਸ ਹੋ ਜਾਂਦੇ ਨੇ, ਦੱਸੇ ਨਹੀਂ ਜਾਂਦੇ ਜਾਂ ਦੱਸਣੋਂ ਰਹਿ ਜਾਂਦੇ ਨੇ, ਅਣਗੌਲੇ ਕੀਤੇ ਜਾਂਦੇ ਨੇ। ਹੈ ਤਾਂ ਅਮੋਲੀ ਜਿਹੀਆਂ ਗੱਲਾਂ ਨੇ, ਮਾਮੂਲੀ ਜਿਹੀਆਂ ਬਿਲਕੁਲ, ਪਰ ਹੈ ਤੁਹਾਡੇ ਕੰਮ ਦੀਆਂ। 4th ਤੋਂ 12th ਕਰ ਰਹੇ ਵਿਦਿਆਰਥੀਆਂ ਦੀ ਗ੍ਰਾਮਰ ਵਾਸਤੇ ਵੀ, ਉਹਨਾਂ ਦੀ ਇੰਗਲਿਸ਼ ਵਾਸਤੇ ਵੀ, ਆਈਲੈਟਸ ਕਰ ਰਹੇ ਵਿਦਿਆਰਥੀਆਂ ਵਾਸਤੇ ਵੀ। ਤਾਂ ਜਨਰਲ ਟਿਪਸ ਦੀ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਿਵੇਂ ਆਪਾਂ ਫਾਰਮ ਦੀ ਗੱਲ ਕਰਦੇ ਹਾਂ, ਪਲੇ ਫਾਰਮ, ਪਲੇ ਦੀ ਦੂਸਰੀ ਪਲੇਡ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੀ ਟਿਪਸ ਹੋਇਆ। ਨਹੀਂ, ਫਾਰਮ ਦੀ ਬਾਰੇ ਨਹੀਂ ਆਪਾਂ ਗੱਲ ਕਰ ਰਹੇ। ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਮ ਤੌਰ 'ਤੇ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਇਹਦੀ ਸੈਕੰਡ ਫਾਰਮ ਪੁੱਛਦੇ ਨੇ ਜਾਂ ਇਹਦੀ ਥਰਡ ਫਾਰਮ, ਜਿਹੜੇ ਪਿੱਛੇ ਫਾਰਮ ਦੇ ਈਡੀ ਲੱਗਿਆ ਹੋਵੇ, ਜਿਵੇਂ ਪਲੇਡ। ਠੀਕ ਆ, ਇਸ ਤਰ੍ਹਾਂ ਕੋਈ ਵੀ ਫਾਰਮ ਜਿਹੜੀ ਦੇ ਪਿੱਛੇ ਈਡੀ ਲੱਗਿਆ ਹੋਵੇ, ਉਹ ਫਾਰਮ ਦੂਜੀ ਅਤੇ ਤੀਜੀ ਸੇਮ ਹੀ ਹੁੰਦੀ ਹੈ। ਮੇਰੇ ਕੋਲ ਵਿਦਿਆਰਥੀ ਇਹ ਸਵਾਲ ਕਰਦੇ ਨੇ ਕਿ ਪਲੇਡ ਤੋਂ ਸਰ ਜੀ ਤੀਜੀ ਫਾਰਮ ਕਿਹੜੀ ਹੋਊਗੀ। ਨਹੀਂ, ਤਾਂ ਇਹ ਟਿਪਸ ਇਹ ਹੈ ਕਿ ਜਿਹੜੀ ਫਾਰਮ ਮਗਰ ਈਡੀ ਲੱਗਿਆ ਹੋਏਗਾ ਉਹ ਦੂਜੀ ਅਤੇ ਤੀਜੀ ਸੇਮ ਹੋਏਗੀ। ਅਗਲੀ ਗੱਲ ਕਿ ਜਦੋਂ ਵਿਦਿਆਰਥੀ ਵੌਇਸ ਕਰਦੇ ਨੇ ਜਾਂ ਉਹਨਾਂ ਨੂੰ ਫਾਰਮ ਸੈਂਟੈਂਸ ਦੇ ਵਿੱਚ ਫਾਰਮ ਦੀ ਪਹਿਚਾਣ ਕਰਨੀ ਹੁੰਦੀ ਹੈ, ਤਾਂ ਤੁਹਾਡੇ ਲਈ ਇਹ ਟਿਪਸ ਹੈ ਕਿ ਜਿਹੜੀ ਫਾਰਮ ਦੇ ਨਾਲ ਐਸ ਲੱਗਿਆ ਦਿਸ ਗਿਆ ਤੁਹਾਨੂੰ ਜਾਂ ਈਐਸ ਲੱਗਿਆ ਹੋਇਆ ਹੈ, ਜਿਵੇਂ ਰੀਡਸ, ਗੋਜ਼, ਤੇ ਪਹਿਚਾਣ ਕਰ ਲਓ ਕਿ ਉਹ ਪਹਿਲੀ ਹੀ ਹੋਏਗੀ, ਕਿਉਂਕਿ ਐਸ ਜਾਂ ਈਐਸ ਸਿਰਫ ਪਹਿਲੀ ਫਾਰਮ ਦੇ ਨਾਲ ਹੀ ਲੱਗਿਆ ਮਿਲੇਗਾ। ਅਗਲੀ ਗੱਲ, ਆਈਐਨਜੀ। ਜਦੋਂ ਅਸੀਂ ਵਿਦਿਆਰਥੀਆਂ ਨੂੰ ਗ੍ਰਾਮਰ ਕਰਾ ਰਹੇ ਹੁੰਦੇ ਹਾਂ, ਠੀਕ ਹੈ, ਤਾਂ ਆਈਐਨਜੀ ਕਈ ਵਾਰੀ ਸੈਕੰਡ ਫਾਰਮ ਦੱਸ ਦਈਦੀ ਹੈ। ਬੱਚੇ ਪੁੱਛਦੇ ਨੇ ਆਈਐਨਜੀ ਲਾ ਦਈਏ ਜੀ। ਨੋ, ਆਈਐਨਜੀ ਸਿਰਫ ਫਸਟ ਫਾਰਮ ਦੇ ਨਾਲ ਹੀ ਯੂਜ਼ ਹੁੰਦਾ ਹੈ। ਆਈਐਨਜੀ ਲਗਾਉਣਾ ਹੈ ਤਾਂ ਸਿਰਫ ਪਹਿਲੀ ਫਾਰਮ ਦੇ ਨਾਲ ਹੀ ਲਗਾਉਣਾ ਹੈ, ਦੂਜੀ ਜਾਂ ਤੀਜੀ ਫਾਰਮ ਦੇ ਨਾਲ ਆਈਐਨਜੀ ਨਹੀਂ ਲੱਗਦਾ। ਅਗਲੀ ਗੱਲ, ਹੁਣ ਆਪਾਂ ਆਈਐਨਜੀ ਦੀ ਗੱਲ ਕਰ ਰਹੇ ਸੀ। ਹੁਣ ਆਈਐਨਜੀ ਲਾਉਣ ਵੇਲੇ ਵੀ ਇਹ ਧਿਆਨ ਰੱਖਣਾ ਹੈ ਕਿ ਕਈ ਫਾਰਮਸ ਜਿਹੜੀਆਂ ਨੇ ਉਹਨਾਂ ਦੇ ਪਿੱਛੇ ਪਹਿਲੇ ਹੀ ਈ ਲੱਗਿਆ ਹੁੰਦਾ, ਜਿਵੇਂ ਟੇਕ ਦੇ ਪਿੱਛੇ ਈ ਹੈਗਾ। ਆਪਾਂ ਹੁਣ ਟੇਕ ਦੇ ਪਿੱਛੇ ਈ ਹੈਗਾ ਤੇ ਇੱਥੇ ਆਈਐਨਜੀ ਜੇ ਲਗਾਤਾ ਤਾਂ ਇਹ ਕੀ ਹੈ, ਰੋਂਗ ਹੈ। ਕਿਉਂਕਿ ਆਪਾਂ ਈ ਦੇ ਨਾਲ ਆਈਐਨਜੀ ਨਹੀਂ, ਬਲਕਿ ਆਪਾਂ ਕੀ ਕਰਾਂਗੇ, ਈ ਨੂੰ ਚੱਕ ਦੇਵਾਂਗੇ। ਟੇਕਿੰਗ, ਈ ਕੱਟ ਕੇ ਕਿਸੇ ਵੀ ਫਾਰਮ ਦੇ ਪਿੱਛੇ ਈ ਆ ਜਾਂਦਾ ਹੈ ਤਾਂ ਆਪਾਂ ਈ ਚੱਕ ਕੇ ਫਿਰ ਆਈਐਨਜੀ ਲਗਾਉਣਾ ਹੈ। ਅਗਲੀ ਗੱਲ, ਹੈਜ਼, ਹੈਵ, ਹੈਡ। ਅਗਰ ਸੈਂਟੈਂਸ ਦੇ ਵਿੱਚ ਤੁਹਾਨੂੰ ਹੈਜ਼, ਹੈਵ ਜਾਂ ਹੈਡ
ਲੱਗਿਆ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਵਾਲੀ ਫਾਰਮ ਆਮ ਤੌਰ ਤੇ ਤੀਜੀ ਹੀ ਹੋਵੇਗੀ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਆਈ ਤੇ ਵੀ ਦੀ। ਆਈ ਵੀ ਜਨਰਲੀ ਤੁਹਾਨੂੰ ਦੱਸ ਰਹੇ ਹਾਂ, ਪੱਕੇ ਤੌਰ ਤੇ ਇਹ ਟਿਪਸ ਜੋ ਕੰਮ ਨਹੀਂ ਕਰੇਗਾ, ਯਾਨੀ ਕਿ ਪੱਕੇ ਤੌਰ ਤੇ ਇਹ ਗੱਲ ਨਹੀਂ ਹੈ ਕਿ ਆਈ ਵੀ ਦੇ ਨਾਲ ਸ਼ੈਲ ਲਗਾਉਣਾ ਹੈ। ਬਾਕੀ ਜੋ ਹੀ, ਸ਼ੀ, ਇਟ, ਨੇਮ, ਸਿੰਗੂਲਰ, ਯੂ, ਦੇ, ਪਲੂਰਲ, ਬਾਕੀ ਸਭ ਨਾਲ ਆਮ ਤੌਰ ਤੇ ਵਿਲ ਲੱਗਦਾ ਹੈ। ਪਰ ਕੁਝ ਹਾਲਾਤਾਂ ਦੇ ਵਿੱਚ ਵਿਲ ਦੀ ਜਗ੍ਹਾ ਸ਼ੈਲ ਤੇ ਸ਼ੈਲ ਦੀ ਜਗ੍ਹਾ ਵਿਲ, ਇਹ ਕਿਸੇ ਹੋਰ ਵੀਡੀਓ ਦੇ ਵਿੱਚ ਵਿਸਥਾਰ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਵੌਇਸ ਦੀ। ਜਿਹੜੇ ਵਿਦਿਆਰਥੀ 4th ਤੋਂ ਲੈ ਕੇ 12th ਤੱਕ, 12th ਹੀ ਕਿਉਂ ਬਲਕਿ ਜਿਹੜੇ BA ਕਰ ਰਹੇ ਨੇ ਵਿਦਿਆਰਥੀ, ਉਹਨਾਂ ਨੂੰ ਵੀ ਤਾਂ ਵੌਇਸ ਚਾਹੀਦੀ ਹੁੰਦੀ ਹੈ। ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਵੌਇਸ ਕਰਾ ਰਹੇ ਹਾਂ, ਤੇ ਜਿਹੜੇ ਆਇਲਸ ਕਰ ਰਹੇ ਵਿਦਿਆਰਥੀ ਨੇ ਉਹਨਾਂ ਲਈ ਆਪਾਂ ਵੀਡੀਓ ਦੇ ਅਖੀਰ ਵਿੱਚ ਟਾਈਮ ਰੱਖਿਆ ਹੈ, ਜਾਂ ਉਹਨਾਂ ਲਈ ਜੋ ਗੱਲਾਂ ਕਰਾਂਗੇ ਆਪਾਂ, ਜੋ ਉਹਨਾਂ ਨੂੰ ਦੱਸਾਂਗੇ, ਜੋ ਸਮਝਾਵਾਂਗੇ, ਉਹ ਵੀਡੀਓ ਦੇ ਅਖੀਰ ਵਿੱਚ ਜ਼ਰੂਰ ਸਮਝਾਵਾਂਗੇ। ਤੇ ਆਜੋ ਆਪਾਂ ਪਹਿਲਾਂ ਵੌਇਸ ਕਰਦੇ ਹਾਂ। ਵੌਇਸ ਦੇ ਵਿੱਚ ਐਕਟਿਵ ਵੌਇਸ ਤੇ ਪੈਸਿਵ ਵੌਇਸ। ਐਕਟਿਵ ਵੌਇਸ ਤੋਂ ਪੈਸਿਵ ਵੌਇਸ ਅਸੀਂ ਤੁਹਾਨੂੰ ਬਣਾਉਣਾ ਦੱਸ ਰਹੇ ਹਾਂ ਕਿ ਐਕਟਿਵ ਵੌਇਸ ਤੋਂ ਪੈਸਿਵ ਵੌਇਸ ਦੇ ਜੋ ਫਾਰਮੂਲੇਜ਼ ਨੇ, ਜੋ ਤਰੀਕੇ ਨੇ, ਉਹ ਕੀ ਨੇ। ਸਭ ਤੋਂ ਪਹਿਲਾਂ ਤਾਂ ਜੋ ਆਪਾਂ ਨੂੰ ਤੁਹਾਨੂੰ ਸੈਂਟੈਂਸ ਆ ਜਾਂਦਾ ਪੇਪਰ ਦੇ ਵਿੱਚ, ਟੈਸਟ ਦੇ ਵਿੱਚ, ਉਹ ਸੈਂਟੈਂਸ ਦੇ ਵਿੱਚ ਤੁਸੀਂ ਇਹ ਵੇਖਣਾ ਹੈ ਕਿ ਅਗਰ ਵਰਬ ਦੀ ਫਸਟ ਫਾਰਮ ਲੱਗੀ ਹੋਵੇ ਤਾਂ ਵਰਬ ਦੀ ਫਸਟ ਫਾਰਮ ਜਾਂ ਡੂ ਡਜ਼, ਵਰਬ ਦੀ ਫਸਟ ਫਾਰਮ ਜਾਂ ਡੂ ਡਜ਼ ਉਹ ਸੈਂਟੈਂਸ ਦੇ ਵਿੱਚ ਲੱਗਿਆ ਪਿਆ ਹੋਵੇ ਤਾਂ ਆਪਾਂ ਕੀ ਕਰਨਾ ਹੈ, ਆਪਾਂ ਇਜ਼, ਐਮ ਤੇ ਆਰ, ਇਸ ਦਾ ਪ੍ਰਯੋਗ ਕਰਕੇ, ਇਜ਼, ਐਮ, ਆਰ ਦਾ ਪ੍ਰਯੋਗ ਕਰਕੇ ਆਪਾਂ ਵਰਬ ਦੀ ਥਰਡ ਫਾਰਮ ਕਰ ਦੇਣੀ ਹੈ। ਜਿਸ ਤਰ੍ਹਾਂ ਆਪਣੇ ਕੋਲੇ ਇੱਕ ਵਾਕ ਹੈ, ਰਾਮ ਸੀ ਏ ਲੋਇਨ, ਰਾਮ ਸੀ ਏ ਲੋਇਨ। ਹੁਣ ਆਪਾਂ ਦੇਖੀਏ ਕਿ ਇਹਦੇ ਵਿੱਚ ਵਰਬ ਦੀ ਫਸਟ ਫਾਰਮ ਲੱਗੀ ਪਈ ਹੈ, ਪਹਿਚਾਨ ਹੋ ਗਈ ਆਪਾਂ ਨੂੰ ਵਰਬ ਦੀ ਫਸਟ ਫਾਰਮ। ਤਾਂ ਜੋ ਆਬਜੈਕਟ ਹੈ ਸੈਂਟੈਂਸ ਦਾ, ਯਾਨੀ ਕਿ ਇਹ ਸਬਜੈਕਟ ਤੇ ਇਹ ਆਬਜੈਕਟ, ਸਬਜੈਕਟ ਆਬਜੈਕਟ ਨੂੰ ਸਬਜੈਕਟ ਬਣਾ ਦੇਣਾ ਹੈ ਤੇ ਸਬਜੈਕਟ ਨੂੰ ਆਬਜੈਕਟ, ਤੇ ਬਾਈ ਦੀ ਵਰਤੋਂ ਜ਼ਰੂਰ ਕਰਨੀ ਹੈ। ਹਾਂਜੀ, ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਪਾਂ ਆ ਲੋਇਨ ਨੂੰ ਆਪਾਂ ਪਹਿਲਾਂ ਲੈ ਗਏ, ਆ ਲੋਇਨ। ਹੁਣ ਆਪਣੇ ਕੋਲ ਜੋ ਫਾਰਮੂਲਾ ਹੈ, ਜੋ ਤਰੀਕਾ ਆਪਾਂ ਤੁਹਾਨੂੰ ਦੱਸਿਆ ਹੈ ਕਿ ਅਗਰ ਵਰਬ ਦੀ ਫਸਟ ਫਾਰਮ ਹੋਵੇ ਤਾਂ ਆਪਾਂ ਇਜ਼, ਐਮ, ਆਰ ਤੇ ਵਰਬ ਦੀ ਥਰਡ ਫਾਰਮ ਯੂਜ਼ ਕਰਨੀ ਹੈ। ਤਾਂ ਆ ਲੋਇਨ ਦੇ ਨਾਲ ਹੁਣ ਤੁਹਾਨੂੰ ਪਤਾ ਹੈ ਕਿ ਇਜ਼, ਐਮ, ਆਰ ਦੇ ਵਿੱਚੋਂ ਕੀ ਲੱਗਣਾ ਹੈ, ਇਜ਼ ਦਾ ਪ੍ਰਯੋਗ ਕਰਕੇ ਅ ਲੋਇਨ ਇਜ਼, ਸੀ ਦੀ ਥਰਡ ਫਾਰਮ ਸੀਨ ਬਾय, ਜੋ ਸਬਜੈਕਟ ਹੈ ਉਸ ਨੂੰ ਪਿੱਛੇ ਲੈ ਜਾਓ, ਯਾਨੀ ਕਿ ਸੀਨ ਬਾय ਰਾਮ ਸੀ ਏ ਲੋਇਨ। ਇਹਦਾ ਸੈਂਟੈਂਸ ਆਪਾਂ ਪੈਸਿਵ ਵੌਇਸ ਦੇ ਵਿੱਚ ਬਣਾਤਾ, ਅ ਲੋਇਨ ਇਜ਼ ਸੀਨ ਬਾय ਰਾਮ। ਹੁਣ ਸੈਕੰਡ ਫਾਰਮੂਲਾ ਕੀ ਕਹਿੰਦਾ ਹੈ ਕਿ ਅਗਰ ਸੈਂਟੈਂਸ ਦੇ ਵਿੱਚ V2 ਯਾਨੀ ਕਿ ਵਰਬ ਦੀ ਸੈਕੰਡ ਫਾਰਮ ਜਾਂ ਸੈਂਟੈਂਸ ਦੇ ਵਿੱਚ ਡਿਡ ਲੱਗਿਆ ਪਿਆ ਹੋਵੇ ਤਾਂ ਆਪਾਂ ਵਾਕ ਕਿਸ ਤਰ੍ਹਾਂ ਬਣਾਉਣਾ ਹੈ। V2 ਆ ਜਾਵੇ ਤਾਂ ਆਪਾਂ ਕਾਹਦਾ ਪ੍ਰਯੋਗ ਕਰਨਾ ਹੈ, ਵਾਜ਼ ਤੇ ਵਰ ਪਲੱਸ V3। ਪੈਸਿਵ ਵੌਇਸ, ਐਕਟਿਵ ਤੋਂ ਦੋ ਪੈਸਿਵ ਵੌਇਸ ਦੇ ਵਿੱਚ ਹਮੇਸ਼ਾ V3 ਯਾਨੀ ਕਿ ਵਰਬ ਦੀ ਥਰਡ ਫਾਰਮ ਦਾ ਹੀ ਪ੍ਰਯੋਗ ਹੋਏਗਾ। ਹੁਣ ਇਸ ਦਾ ਆਪਾਂ ਤੁਹਾਨੂੰ ਸੈਂਟੈਂਸ ਬਣਾ ਕੇ ਦਿਖਾਉਣੇ ਆ, ਜਿਵੇਂ ਆਪਾਂ ਪਹਿਲਾਂ ਰਾਮ ਸੀ ਏ ਲੋਇਨ, ਉਸੇ ਸੈਂਟੈਂਸ ਦੇ ਉੱਤੇ ਆਪਾਂ ਪ੍ਰੈਕਟਿਸ ਕਰਦੇ ਹਾਂ ਤਾਂ ਕਿ ਤੁਹਾਡੇ ਦਿਮਾਗ ਵਿੱਚ ਜਲਦੀ ਇਹ ਗੱਲਾਂ ਪੈ ਜਾਣ। ਹਾਂਜੀ, ਆਪਣੇ ਕੋਲੇ ਸੈਕੰਡ ਸੈਂਟੈਂਸ ਜੋ ਆਪਾਂ ਰਾਮ ਸਾ ਏ ਲੋਇਨ, ਰਾਮ ਸਾ ਏ ਲੋਇਨ। ਹੁਣ ਦੇਖੋ ਪਹਿਲਾਂ ਉੱਥੇ ਸੀ ਤਾਂ ਆਪਾਂ ਇਜ਼, ਐਮ, ਆਰ ਦਾ ਪ੍ਰਯੋਗ ਕੀਤਾ। ਹੁਣ V2 ਆ ਵਰਬ ਦੀ ਸੈਕੰਡ ਫਾਰਮ ਦਾ ਆਪਾਂ ਫਾਰਮੂਲਾ ਦੇਖਿਆ ਕਿ ਵਾਜ਼ ਵਰਬ ਪਲੱਸ ਵਰਬ ਦੀ ਥਰਡ ਫਾਰਮ। ਉਸੇ ਤਰ੍ਹਾਂ ਆਪਾਂ ਕੀ ਕਰਾਂਗੇ, ਆ ਲੋਇਨ ਅੱਗੇ ਲੈ ਆਵਾਂਗੇ, ਯਾਨੀ ਕਿ ਆਬਜੈਕਟ ਨੂੰ ਸਬਜੈਕਟ ਬਣਾ ਲਿਆ ਤੇ ਵਾਜ਼ ਵਰਬ ਦੇ ਵਿੱਚੋਂ ਕਿਉਂਕਿ ਸਿੰਗੂਲਰ ਆ ਇਹ ਲੋਇਨ, ਇਸ ਤੇ ਵਾਜ਼ ਵਰਬ ਦੇ ਵਿੱਚੋਂ ਆਪਣੇ ਕੀ ਲਾਉਣਾ ਹੈ ਆਪਾਂ, ਵਾਜ਼। ਲੋਇਨ ਵਾਜ਼ ਥਰਡ ਫਾਰਮ ਤੁਹਾਨੂੰ ਪਤਾ ਲੱਗ ਹੀ ਚੁੱਕੀ ਹੈ, ਸੀਨ ਬਾय ਰਾਮ। ਸੈਂਟੈਂਸ ਬਣ ਗਿਆ ਆਪਣੇ ਕੋਲੇ, ਅ ਲਾਇਨ ਵਾਜ਼ ਸੀਨ ਬਾय ਰਾਮ।
जो वॉइस का थर्ड फार्मूला तीजा फार्मूला अपने को है विल ते शैल का। विल शैल अगर सेंटेंस दे विच विल शैल लग्या पिया हो जो वाक है अपने को तो आप कहदा प्रयोग करना है विल बी ते शैल बी। विल बी ते शैल बी हुण अपने को सेंटेंस आप उही लै रहे हैं वार वार क्यों उही लै रहे हैं ताकि तुहानूं जल्दी दिमाग विच पै जावे। राम विल सी अ लॉयन। राम विल सी अ लॉयन आप अगे ले आए। अ लॉयन फार्मूले के मुताबिक आप की लावांगे विल बी सीन बाय राम। सेंटेंस अपने को बन गया अ लॉयन विल बी सीन बाय राम। डियर स्टूडेंट्स आप वॉइस कराते समय हुण आपां नूं सेंटेंस दे विच जदों ही शी ये चीज़ां आ रही ने तो असीं तुहानूं इन्हां बारे दस रहे हैं कि अगर सेंटेंस दे विच ही होवे तां पिछे जाके इसदा हिम बन जाता है तो पिछे हिम लग्या पिया होवे तो मूहरे आके उहदा की बन जाएगा ही बन जाएगा। शी होवे तो इसदा हर तो पिछे जे हर आ जाए तो हर दा मूहरे आके पक्की बना देना है शी। इट दा इट ही रहना है। वी लग्या हो तो पिछे जाके आप की बना देना है इसका अस तो पिछे अस लग्या हुआ तो उन्होंने मूहरे आके वी बना देना है। दे दा आप की बना देना है पिछे जाके दैम तो दैम पिछे लग्या पाया तो उन्होंने मूहरे आप दे बना लेना है। तो बाकी रह गया यू दा यू ही रहना है। पिछे भी यू है अगे आके भी यू होएगा अगों पिछे लैके जाने तो भी वो यू ही रहेगा। अगला अपने को जो फार्मूला है वॉइस का ਉਹਦੇ ਵਿੱਚ ਕੀ ਹੈ कि अगर सेंटेंस ਦੇ ਵਿੱਚ ਪਹਿਲਾਂ ਹੀ इज़ एम आर ਲੱਗਿਆ ਪਿਆ ਹੋਵੇ ਜਦੋਂ इज़ एम आर ਲੱਗਿਆ ਪਿਆ ਹੋਵੇਗਾ ਤਾਂ ਵਰਬ ਦੀ ਫਸਟ ਫਾਰਮ ਦੇ ਨਾਲ आई एन जी ਲੱਗਿਆ ਹੋਵੇਗਾ ਤਾਂ ਉਦੋਂ ਆਪਾਂ ਕੀ ਕਰਨਾ ਹੈ ਉਦੋਂ ਆਪਾਂ इज़ बीइंग एम बीइंग ते आर बीइंग इज़ बीइंग एम बीइंग आर बीइंग इस चीज़ का प्रयोग करके ये तो तुहानूं पता लग ही चुका है कि आप वर्ब की थर्ड फॉर्म ही प्रयोग करनी है। हुण कई विद्यार्थी की करते हैं गलती की करते हैं कि अगर सेंटेंस के विच इज़ लग्या पिया तो इज़ बीइंग ला दिंदे आ एम लग्या तो एम बीइंग नहीं इस तरह नहीं। ये जो सबजैक्ट की मंग है वो मुताबिक आप यानी कि जे ऑब्जैक्ट नूं पिछों लिया के जो सबजैक्ट बनाया ना आप उसकी जो मंग है डिमांड है वो मुताबिक आप इज़ बीइंग एम बीइंग आर बीइंग प्रयोग करना। इस तरह नहीं लाना कि इज़ लग्या तो इज़ बीइंग ला दो। हुण आप सेंटेंस ही उस तरह का लावांगे ताकि तुहानूं पता लग जाए कि सेंटेंस दे विच तां इज़ लग्या सी बट आप सेंटेंस बनाउण वेले पैसिव वॉइस बनाउण वेले आप उसका एम बीइंग या आर बीइंग जो भी आप सेंटेंस बना रहे हैं वो कीता है। हम हुण आप गल करते हैं ਆਪਾਂ जो ਤੁਹਾਨੂੰ ਦੱਸਿਆ ਸੀ ही तो हिम शी तो हर ਉਹਦੇ ਵਿੱਚ ਕੀ ਸੀ कि जे आई ਹੋਵੇ आई तो ਆਪਾਂ ਕੀ ਬਣਾਉਣਾ ਹੈ मी ਤੇ मी तो ਮੂਹਰੇ ਆ ਕੇ ਕੀ ਬਣ ਜਾਣਾ ਹੈ आई। ਹੁਣ ਆਪਾਂ ਗੱਲ ਕਰਦੇ ਹਾਂ कि he is beating me। देखो ਹੁਣ ਆਪਾਂ सेंटेंस इस तरह ਦਾ लिया कि he is beating me जो सब्जैक्ट है वो he है तो जो ऑब्जैक्ट है वो मी है। दोनों आप प्रनाउन ले ने ताकि तुहाडे दिमाग में ये वॉइस के फार्मूले चंगी तरह पै जान। हाँ जी हुण आप मी नूं मूहरे लिया के की बना देवांगे आई। हुण तुहानूं पता है कि लग्या तो इज़ है हुण आई दे नाल इज़ बीइंग लग जाएगा नहीं आई दे नाल इज़ बीइंग नहीं लगेगा। आई दे नाल हुण तकरीबन स्टूडेंट्स नूं पता लग चुका है आप ही बोल पे कि हाँ आई दे नाल एम बीइंग लगेगा। आई दे नाल एम बीइंग का प्रयोग कर लिया आप। हुण आई एम बीइंग वर्ब दी थर्ड फॉर्म बीट दी फॉर्म बीटन आई एम बीइंग बीटन बाय ही तो की बनेगा हिम। आई एम बीइंग बीटन बाय हिम ये हो गया पैसिव वॉइस। अगला जो अपने को वॉइस का फार्मूला है तरीका है वो है इस तरह कि जे वाज वर्ब तो वर्ब की फस्ट फॉर्म आई एन जी लगी पई होवे सेंटेंस दे विच वाज वर्ब तो वर्ब की फस्ट फॉर्म नाल आई एन जी तो आप सेंटेंस किस तरह बनाना है तरीका तकरीबन इज़ एम आर वाला ही है। आप की करना है आप वाज बीइंग ते
वर बीइंग, वाज बीइंग, वर बीइंग ते वर्ब दी थर्ड फॉर्म का प्रयोग कर देना है। जिवें आपां एक सेंटेंस बनाने हैं कि ही वाज बीटिंग, ही वाज बीटिंग मी। हुण आपां मी नूं अगे लिया के की बनावांगे, आए, आए, आए दे नाल वाज ही प्रयोग होएगा। आई वाज बीइंग बीटन, बीटन बाय ही तो हिम, आई वाज बीइंग बीटन बाय हिम। वॉइस का जो 6वां फार्मूला है, 6वां तरीका की कहता है आपां कि अगर सेंटेंस दे विच एक्टिव एक्टिव जो एक्टिव वॉइस का वाक होएगा उस दे विच हैज़, हैव ते वर्ब की थर्ड फॉर्म पहले लगी पई होवे तां आपां की करना है, तो आपां हैज़ बीन, हैव बीन का प्रयोग करके थर्ड फॉर्म की वरतों कर देनी है। नाल दी नाल असीं तुहानूं 7वें फार्मूले बारे भी दस रहे हैं कि अगर हैड प्लस वर्ब की थर्ड फॉर्म लगी पई होवे तो आपां हैड बीन प्लस वर्ब की थर्ड फॉर्म कर देनी है। हुण क्योंकि फार्मूला सेम जिहा ही है, हुण आपां सेंटेंस बना रहे हैं एक, जिवें कि सीता हैज़ संग सॉन्ग्स, सॉन्ग्स, सॉन्ग्स क्यों लिया, आप सॉन्ग भी लै सकते, तुहानूं दसदे हां। सीता हैज़ संग सॉन्ग्स, हुण आपां जो ऑब्जैक्ट है उसनूं अगे लैके आइए, की लैके आइए अगे आपां, सॉन्ग्स, सॉन्ग्स। हुण सॉन्ग्स है, सॉन्ग्स दे नाल हैज़ तो लगना कोई नहीं क्योंकि सॉन्ग सिंगुलर है तो सॉन्ग्स प्लूरल है, प्लूरल दे नाल आपां प्रयोग करना है हैव दा, हैव बीन। हाँ जी, सॉन्ग्स हैव बीन थर्ड फॉर्म अपने को पहले ही हैगी आ, संग बाय सीता। हाँ जी, क्यों हुण आपां तुहानूं समझ आ गई होनी कि आपां सॉन्ग्स क्यों लिया सी, ताकि आपां सॉन्ग्स दे नाल हैव बीन का प्रयोग कर सकीए। तुहाडे दिमाग दे विचों कन्फ्यूजन निकल जाए भी किते ये तो नहीं है कि हैज़ लगे तो हैज़ बीन ही ला दिओ, तो तां लग्या उत्थे हैज़ सी, आपां हैव बीन लाउण दे कारण सॉन्ग्स लए सी। हुण आपां दूसरा जो आपां कोले सेंटेंस हैगा हैड वाला कि हैड लग्या पे तो वर्ब की थर्ड फॉर्म। हुण आपां इत्थे ही आपां की करदे हैं कि आपां इस सेंटेंस में देखो, हुण आपां वाक बनाता कि सीता हैड संग सॉन्ग्स, हैड लग्या क्योंकि हैड तो है ही कल्ला हैल्पिंग वर्ब है, इस करके अपने कोले इत्थे आपां चेंज किया सिर्फ हैड, सॉन्ग्स हैड बीन संग बाय सीता। दोनों फार्मूले अपने इस सेंटेंस दे विच निबड़ गए है, समझ तुहानूं आ गई। वॉइस का जो अपने कोले 8वां फार्मूला है वो की है, अगर सेंटेंस दे विच विल हैव या शैल हैव लग्या पिया होवे तो आपां विल हैव बीन, शैल हैव बीन ते वर्ब की थर्ड फॉर्म कर देनी है। हुण आपां इसका एक सेंटेंस तुहानूं बना के दिखाउने आ कि सीता विल हैव संग सॉन्ग्स, सीता विल हैव संग सॉन्ग्स। हुण अपने कोले सॉन्ग्स आप अगे ले आंदे, सॉन्ग्स विल हैव बीन संग, संग बाय सीता, सॉन्ग्स विल हैव बीन संग बाय सीता। जो 9वां फार्मूला है ये की है कि कैन, कुड, मे, माइट, मस्ट, आउट ऑफ, इस तरह जो कैन कुड लग्या पिया होवे सेंटेंस दे विच आपां किवें करना है, इहदे विच आपां उही प्रयोग करना है। अगर सेंटेंस दे विच कैन लग्या तो कैन बी, कुड लग्या तो कुड बी, मस्ट लग्या तो मस्ट बी, बाकी जो भी आपां इन्हां बारे गल कीती है कि मे बी, माइट बी, जो भी सारे ही उस तरह प्रयोग करके तो वर्ब की थर्ड फॉर्म यूज़ कर देनी है। जिवें आपां एक सेंटेंस तुहानूं बना के दिखा रहे हैं कि आई कैन सॉल्व दिस सम, हुण आपां दिस सम नूं अगे लेके आइए, दिस सम। हुण आपां क्योंकि फार्मूला अपना कह रहा है कि आपां कैन बी का प्रयोग करना है, दिस सम कैन बी, वर्ब की थर्ड फॉर्म सॉल्व दी सॉल्व बाय, आई दा की बन जाएगा मी, बिल्कुल सही मी। 10वां जो अपना फार्मूला है ये कि कई बारी जो अपने को सेंटेंस आता है वो ऑब्जैक्ट 2 होंगे आ, तुहानूं
ਕੋਸ਼ਿਸ਼ ਕਰਾਂਗੇ ਤੁਹਾਨੂੰ ਪਹਿਚਾਣ ਆ ਜਾਏ ਕਿ ਆਬਜੈਕਟ ਦੋ ਕਿਵੇਂ ਹੁੰਦੇ ਆ। ਜਦੋਂ ਦੋ ਆਬਜੈਕਟ ਵਾਲੇ ਵਾਕ ਨੂੰ ਆਪਾਂ ਪੈਸਿਵ ਵੌਇਸ ਦੇ ਵਿੱਚ ਬਣਾਉਣਾ ਹੋਵੇ ਉਹਦਾ ਫਾਰਮੂਲਾ ਤੁਹਾਨੂੰ ਦੱਸਦੇ ਹਾਂ ਕਿ ਦੋ ਆਬਜੈਕਟ ਵਾਲਾ ਵਾਕ ਹੋਵੇ ਤਾਂ ਆਪਾਂ ਕਿਵੇਂ ਕਰਨਾ ਹੈ। ਜਿਵੇਂ ਕਿ ਆਪਣੇ ਕੋਲੇ ਵਾਕ ਹੈ ਹੀ ਟੋਲਡ ਮੀ ਅ ਸਟੋਰੀ। ਹੁਣ ਦੋ ਆਬਜੈਕਟ ਕਿਹੜੇ ਕਿਹੜੇ ਨੇ? ਮੀ ਇੱਕ ਆਬਜੈਕਟ ਆ ਹੋ ਗਿਆ, ਅ ਸਟੋਰੀ ਇੱਕ ਆਬਜੈਕਟ ਆਪਣੇ ਕੋਲੇ ਆ ਹੋ ਗਿਆ। ਵੀ ਆਬਜੈਕਟ ਫਸਟ ਤੇ ਆਬਜੈਕਟ ਸੈਕੰਡ। ਹੁਣ ਦੋ ਆਬਜੈਕਟਾਂ ਵਾਲਾ ਵਾਕ ਆਪਣੇ ਕੋਲ ਇਹਦੇ ਫਾਰਮੂਲੇ ਵੀ ਦੋ ਨੇ, ਪਰ ਮੈਂ ਤੁਹਾਨੂੰ ਇੱਕ ਸੁਝਾਅ ਦੇਵਾਂਗਾ ਕਿ ਤੁਸੀਂ ਇੱਕ ਫਾਰਮੂਲਾ ਹੀ ਸਮਝਿਓ। ਦੱਸਾਂਗੇ ਦੋਨੋਂ ਤੁਹਾਨੂੰ, ਠੀਕ ਹੈ। ਕਈ ਵਿਦਿਆਰਥੀ ਸੋਚਦੇ ਨੇ ਸਰ ਨੇ ਕਿਹਾ ਤਾਂ ਸੀਗਾ ਵੀ ਦੋ ਹੈਗੇ ਆ ਪਰ ਸਮਝਾਇਆ ਤਾਂ ਇੱਕ ਹੀ ਆ। ਨਹੀਂ, ਸਮਝਾ ਮੈਂ ਦੋਨੇ ਦੇਵਾਂਗਾ, ਪਰ ਮੇਰਾ ਇਹ ਪਰਸਨਲ ਜੋ ਤਜਰਬਾ ਹੈ ਕਿ ਤੁਸੀਂ ਇੱਕ ਸਮਝ ਕੇ ਦੂਜਾ ਸਮਝਿਓ ਨਾ। ਕਾਰਨ ਇਹਦਾ ਇਹ ਆ ਕਿ ਬਹੁਤ ਵਾਰੀ ਵਿਦਿਆਰਥੀ ਕੀ ਕਰਦੇ ਨੇ, ਕਹਿੰਦੇ ਨੇ ਸਰ ਜੀ ਦੋਨੇ ਸਮਝਾ ਦਿਓ, ਮੈਂ ਸਮਝਾ ਦਿੰਦਾ ਮੈਨੂੰ ਕੀ ਆ, ਪਰ ਉਹ ਦੋਨਾਂ ਨੂੰ ਮਿਕਸ ਕਰ ਦਿੰਦੇ ਨੇ। ਇਸ ਕਰਕੇ ਤੁਸੀਂ ਇੱਕ ਨੂੰ ਅੱਗੇ ਫਾਰਵਰਡ ਕਰ ਦਿਓ ਚਾਹਾਂ ਤਾਂ ਵੀਡੀਓ ਨੂੰ। ਚਲੋ ਆਪਾਂ ਗੱਲ ਕਰਦੇ ਹਾਂ, ਦੋਨੋਂ ਫਾਰਮੂਲੇ ਤੁਹਾਨੂੰ ਦੱਸ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜੋ ਫਾਰਮੂਲਾ ਆਪਾਂ ਪਹਿਲਾਂ ਵਰਤਦੇ ਆ ਰਹੇ ਹਾਂ ਉਹਦੇ ਨਾਲ ਦਾ ਹੀ ਫਾਰਮੂਲਾ ਆਪਾਂ ਵਰਤ ਰਹੇ ਹਾਂ ਕਿ ਆਬਜੈਕਟ ਨੂੰ ਲੈ ਕੇ ਅੱਗੇ ਆਈਏ, ਠੀਕ ਹੈ। ਆ ਸਟੋਰੀ ਨੂੰ ਆਪਾਂ ਮੂਰੇ ਲੈ ਆਏ, ਸਟੋਰੀ ਮੂਰੇ ਲੈ ਆਏ। ਹੁਣ ਆਪਣੇ ਕੋਲ V2 ਹੈਗੀ ਇਹਦੇ ਵਿੱਚ, ਇਹ ਫਾਰਮੂਲੇ ਉਵੇਂ ਕੰਮ ਕਰਨੇ ਆ ਆਪਣੇ। V2 ਹੈਗੀ ਤੇ V2 ਦੇ ਵਿੱਚ ਆਪਾਂ ਦੱਸਿਆ ਸੀ ਪਹਿਲੇ ਦੂਜਾ ਫਾਰਮੂਲਾ ਹੀ ਕਿ V2 ਹੋਵੇ ਤਾਂ ਵਾਜ਼ ਵਰ ਦਾ ਪ੍ਰਯੋਗ ਕਰਨਾ। ਅ ਸਟੋਰੀ ਵਾਜ਼। ਹੁਣ ਜਿਹੜੀ ਟੈਲ ਦੀ ਦੂਜੀ ਫਾਰਮ ਸੀ ਆਪਣੇ ਕੋਲ ਟੋਲਡ, ਤੇ ਥਰਡ ਫਾਰਮ ਵੀ ਟੋਲਡ ਹੀ ਹੁੰਦੀ ਹੈ। ਅ ਸਟੋਰੀ ਵਾਜ਼ ਟੋਲਡ। ਹੁਣ ਕੀ ਕਰਨਾ ਹੈ ਕਿ ਫਾਰਮ ਤੋਂ ਬਾਅਦ ਵਰਬ ਤੋਂ ਬਾਅਦ ਕੋਲੋਂ ਆਪਣੇ ਇੱਕ ਟੂ ਲਗਾ ਦੇਣਾ ਹੈ ਡਬਲ ਆਬਜੈਕਟ ਵਾਲੇ ਦੇ ਵਿੱਚ। ਟੂ ਮੀ ਉਵੇਂ ਲੱਗਿਆ ਰਹਿ ਗਿਆ, ਬਾਏ। ਹੁਣ ਹੀ ਨੂੰ ਮਗਰ ਲੈ ਕੇ ਆਈਏ ਆਪਾਂ, ਬਾਏ ਹਿਮ। ਹੁਣ ਆਪਣੇ ਕੋਲ ਸੈਂਟੈਂਸ ਬਣ ਗਿਆ ਅ ਸਟੋਰੀ ਵਾਜ਼ ਟੋਲਡ ਟੂ ਮੀ ਬਾਏ ਹਿਮ। ਇਹ ਤਾਂ ਹੋ ਗਿਆ ਆਪਣੇ ਕੋਲੇ ਪਹਿਲਾ ਫਾਰਮੂਲਾ। ਹੁਣ ਮੈਂ ਤੁਹਾਨੂੰ ਦੂਜਾ ਫਾਰਮੂਲਾ ਦੱਸਣ ਲੱਗਿਆ, ਤੇ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਬਾਕੀ ਤੁਹਾਡੀ ਮਰਜ਼ੀ ਹੈ, ਜੇ ਦੋਨੇ ਸਮਝਣੇ ਤਾਂ ਦੋਨੇ ਸਮਝ ਲਓ। ਚਲੋ ਦੂਜਾ ਫਾਰਮੂਲਾ ਸਮਝ ਗਏ ਆਪਾਂ। ਦੂਜਾ ਫਾਰਮੂਲਾ ਕੀ ਹੈ ਆਪਣੇ ਕੋਲੇ ਕਿ ਦੂਜੇ ਫਾਰਮੂਲੇ ਵਿੱਚ ਆਪਾਂ ਕੀ ਕਰਨਾ ਹੈ ਕਿ ਆਪਾਂ ਵਰਬ ਦੇ ਮੰਗਰ ਵਾਲਾ ਜੋ ਆਬਜੈਕਟ ਹੈ ਨਾ, ਯਾਨੀ ਕਿ ਫਸਟ ਆਬਜੈਕਟ, ਉਸ ਨੂੰ ਚੱਕ ਕੇ ਮੂਹਰੇ ਲੈ ਅੱਗੇ। ਕੀ ਹੈ ਆਪਣੇ ਕੋਲੇ ਆਬਜੈਕਟ ਮੀ ਨੂੰ ਆਪਾਂ ਮੂਹਰੇ ਲੈ ਕੇ ਆਏ ਤਾਂ ਕੀ ਬਣ ਗਿਆ ਆਈ ਦੇ ਨਾਲ ਉਸੇ ਤਰ੍ਹਾਂ ਵਾਜ਼ ਵਾਜ਼ ਥਰਡ ਫਾਰਮ ਟੋਲਡ। ਹੁਣ ਮੀ ਤਾਂ ਵਿੱਚੋਂ ਚੱਕ ਹੀ ਦਿੱਤਾ ਸੀ, ਅ ਸਟੋਰੀ ਉੱਥੇ ਹੀ ਪਿਆ ਰਹਿ ਜਾਊਗਾ ਫਿਰ ਆਪਣੇ ਕੋਲੇ ਅ ਸਟੋਰੀ। ਆਈ ਵਾਜ਼ ਟੋਲਡ ਏ ਸਟੋਰੀ ਬਾਏ ਹੀ ਦਾ ਕੀ ਬਣ ਗਿਆ ਹਿਮ। ਆਈ ਵਾਜ਼ ਟੋਲਡ ਏ ਸਟੋਰੀ ਬਾਏ ਹਿਮ। ਇਹ ਦੋਨੋਂ ਫਾਰਮੂਲੇ ਸੀ, ਦੋਨੋਂ ਤੁਹਾਨੂੰ ਦੱਸ ਦਿੱਤੇ ਆ। ਬਾਕੀ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਕੋਸ਼ਿਸ਼ ਕਰੋ ਕਿ ਇੱਕ ਫਾਰਮੂਲਾ ਹੀ ਦਿਮਾਗ ਵਿੱਚ ਰੱਖੋ। ਜੋ 11ਵਾਂ ਜੋ ਫਾਰਮੂਲਾ ਆਪਣੇ ਕੋਲ ਹੈ ਇਟ ਇਜ਼ ਟਾਈਮ ਵਾਲੇ ਵਾਕ ਆਪਣੇ ਕੋਲ ਆਉਂਦੇ ਆ। ਇਟ ਇਜ਼ ਟਾਈਮ ਟੂ, ਠੀਕ ਹੈ। ਇਟ ਇਜ਼ ਟਾਈਮ ਟੂ ਵਾਲੇ ਵਾਕ ਆਪਾਂ ਕਿਸ ਤਰ੍ਹਾਂ ਬਣਾਉਣੇ ਨੇ, ਦੇਖੋ ਆਪਣੇ ਕੋਲ ਇੱਕ ਸੈਂਟੈਂਸ ਆਇਆ ਇਟ ਇਜ਼ ਟਾਈਮ ਟੂ ਓਪਨ ਦਾ ਸ਼ਾਪ। ਇਟ ਇਜ਼ ਟਾਈਮ ਟੂ ਓਪਨ ਦਾ ਸ਼ਾਪ। ਹਾਂਜੀ, ਹੁਣ ਆਪਾਂ ਸੈਂਟੈਂਸ ਕੀ ਬਣਾਉਣਾ ਹੈਗਾ, ਦਾ ਸ਼ਾਪ ਨੂੰ ਅੱਗੇ ਲੈ ਆਉਣਾਗਾ। ਸੌਰੀ, ਇਟ ਇਜ਼ ਟਾਈਮ ਨੂੰ ਆਪਾਂ ਉਸੇ ਤਰ੍ਹਾਂ ਹੀ ਲਗਾ ਦੇਣਾ ਹੈ। ਇਟ ਇਜ਼ ਟਾਈਮ ਫਾਰ ਦਾ ਸ਼ਾਪ ਟੂ ਬੀ ਓਪਨਡ। ਹਾਂਜੀ, ਹੁਣ ਸੈਂਟੈਂਸ ਆਪਣੇ ਕੋਲ ਇਟ ਇਜ਼ ਟਾਈਮ ਟੂ ਓਪਨ ਦਾ ਸ਼ਾਪ। ਉਹ ਭੁਲੇਖੇ ਦੇ ਵਿੱਚ ਉਸ ਤਰ੍ਹਾਂ ਪਿੱਛੋਂ ਆਪਾਂ ਲੈ ਕੇ ਆ ਰਹੇ ਸੀ, ਉਵੇਂ ਬੋਲੇਗਾ ਇਟ ਇਜ਼ ਟਾਈਮ ਫਾਰ ਲਗਾਉਣਾ ਹੈ। ਇਟ ਇਜ਼ ਟਾਈਮ ਟੂ ਨਹੀਂ, ਇਟ ਇਜ਼ ਟਾਈਮ ਫਾਰ। ਫਿਰ ਉਹ ਫਾਰਮੂਲਾ ਵਰਤਣਾ ਹੈ ਦਾ ਸ਼ਾਪ, ਫਿਰ ਆਪਾਂ ਟੂ ਬੀ ਲਗਾ ਕੇ ਤੇ ਪਿੱਛੇ ਥਰਡ ਫਾਰਮ ਕਰ ਦੇਣੀ ਇਟ ਇਜ਼ ਟਾਈਮ ਫਾਰ ਦਾ ਸ਼ਾਪ ਟੂ ਬੀ ਓਪਨ। ਇਸ ਦਾ ਸਭ ਤੋਂ ਇੰਪੋਰਟੈਂਟ ਤੇ 12th ਭਾਗ ਹੈ ਜੋ ਵੌਇਸ ਦੇ ਵਿੱਚ ਐਕਟਿਵ ਤੋਂ ਪੈਸਿਵ ਦਾ, ਕਿਉਂਕਿ ਬੋਰਡ ਕਲਾਸਿਸ ਦੇ ਵਿੱਚ ਆਮ ਤੌਰ ਤੇ ਇੱਕ ਸੈਂਟੈਂਸ ਇੰਪੈਰੇਟਿਵ ਜ਼ਰੂਰ ਪਾ ਦਿੰਦੇ ਨੇ, ਤੇ ਇੰਪੈਰੇਟਿਵ ਵਾਕ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ। ਇੰਪੈਰੇਟਿਵ ਵਾਕ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ, ਤੁਸੀਂ ਧਿਆਨ ਨਾਲ ਸਮਝੋ ਕਿ ਤੁਹਾਨੂੰ ਬੜੀ ਆਸਾਨੀ ਨਾਲ ਹੀ ਸਮਝ ਪੈ ਜਾਵੇਗਾ। ਹੁਣ ਆਪਾਂ ਇੰਪੈਰੇਟਿਵ ਵਾਕ ਦੀ ਗੱਲ ਕਰਦੇ ਹਾਂ। ਇੰਪੈਰੇਟਿਵ ਵਾਕ ਸਭ ਤੋਂ ਪਹਿਲਾਂ ਤਾਂ ਆਪਾਂ ਥੋੜ੍ਹਾ ਦੱਸ ਦਈਏ ਕਿ ਇੰਪੈਰੇਟਿਵ ਵਾਕ ਕੀ ਹੈ ਕਿ ਜਿਸ ਦੇ ਵਿੱਚ ਫਾਰਮ ਮੂਹਰੇ ਪਈ ਹੈ। ਜੋ ਆਪਾਂ ਪਹਿਲਾਂ ਸੈਂਟੈਂਸ ਕਰਦੇ ਰਹੇ ਹਾਂ ਉਹਨਾਂ ਦੇ ਵਿੱਚ ਵਰਬ ਦੀ ਫਾਰਮ ਹੋਇਆ ਕਰਦੀ ਸੀ। ਇੰਪੈਰੇਟਿਵ ਵਾਕ ਦੇ ਵਿੱਚ ਜਿਹੜੀ ਫਾਰਮ ਹੈ ਉਹ
ਮੂਹਰੇ ਪਈ ਹੁੰਦੀ ਹੈ ਉਹ ਇੰਪੈਰੇਟਿਵ ਵਾਕ ਹੁੰਦਾ। ਤੁਹਾਨੂੰ ਪਹਿਚਾਣ ਆ ਜਾਵੇਗੀ ਕਿ ਇਹ ਇੰਪੈਰੇਟਿਵ ਵਾਕ ਹੈ ਕਿਉਂਕਿ ਇਹਦੇ ਵਿੱਚ ਫਾਰਮ ਅੱਗੇ ਪਈ ਹੈ। ਹੁਣ ਇਸ ਦੀ ਆਪਾਂ ਗੱਲ ਕੀਤੀ ਹੈ ਇੰਪੈਰੇਟਿਵ ਵਾਕ ਦੇ ਵਿੱਚ ਬੜਾ ਹੀ ਫੇਮਸ ਵਾਕ ਬੋਰਡ ਕਲਾਸਿਸ ਦੇ ਵਿੱਚ ਬੜਾ ਪਾਇਆ ਜਾ ਰਿਹਾ ਹੈ, ਪੋਸਟ ਦਿਸ ਲੈਟਰ। ਹੁਣ ਆਪਾਂ ਗੱਲ ਕਰਦੇ ਹਾਂ ਕਿ ਹੁਕਮ ਹੋਵੇ ਤਾਂ, ਇਹਦੇ ਵੀ ਫਾਰਮੂਲੇ ਕਈ ਨੇ, ਆਪਾਂ ਤੁਹਾਨੂੰ ਅੱਗੇ ਦੱਸਾਂਗੇ। ਹੁਕਮ ਹੋਵੇ ਤਾਂ ਆਪਾਂ ਕੀ ਕਰਨਾ ਹੈ। ਹੁਣ ਤੁਹਾਨੂੰ ਕੀ ਲੱਗਦਾ ਕਿ ਪੋਸਟ ਦਿਸ ਲੈਟਰ ਦੇ ਵਿੱਚ ਹੁਕਮ ਹੀ ਹੈ, ਠੀਕ ਹੈ, ਵੀ ਪੋਸਟ ਇਹ ਪੱਤਰ ਡਾਕ ਵਿੱਚ ਪਾ ਦਿਓ, ਹੁਕਮ ਹੈ, ਠੀਕ ਹੈ। ਆਪਾਂ ਕੀ ਕਰਨਾ, ਆਰਡਰਡ ਟੂ, ਆਰਡਰ ਟੂ ਨਹੀਂ, ਆਰਡਰਡ ਟੂ, ਠੀਕ ਹੈ। ਹੁਕਮ ਹੋਵੇ ਤਾਂ ਆਪਾਂ ਆਰਡਰ ਟੂ, ਬੇਨਤੀ ਹੋਵੇ ਤਾਂ ਰਿਕੁਐਸਟਡ ਟੂ। हाँ, ये थोड़ी जी समझने वाली गल है कि जोड़ा बेनती वाला वाक होगा ना वो कई बारी की शब्द लग्या पाया होंदा प्लीज़ तो काइंडली, प्लीज़ काइंडली शब्द लगे होण तो इन्हों की करना है, कट देना है, सेंटेंस के उड़ा ही देना है। हाँ जी, हुण आपां सलाह होवे तां, सलाह होवे तां आपां की करना है, एडवाइज्ड टू। सेंटेंस आपां की करना है, एडवाइज्ड टू। हुण आपां पहलां जो पोस्ट दिस लैटर है उस दे उत्ते आपां तुहानूं सेंटेंस बना के दिखाउने भी पोस्ट दिस लैटर नूं आपां इहदे विच की है, यू आर ऑर्डर टू, यू आर रिक्वेस्टेड टू, यू आर एडवाइज्ड टू। आपां कल्ला ऑर्डर टू नहीं, यू आर ऑर्डर टू, यू आर रिक्वेस्टेड टू, यू आर एडवाइज्ड टू। आपां सेंटेंस बनाउणे तुहानूं पता लग जाएगा। पोस्ट दिस लैटर, पोस्ट दिस लैटर दे विच आपां पहली बार वाक बना रहे हैं, यू आर ऑर्डर टू, यू आर ऑर्डर टू। तो जो सेंटेंस पे उन्होंने चक के मगर लिख दो, यू आर ऑर्डर टू पोस्ट दिस लैटर। वैसे तो सारे विद्यार्थी, सारे क्लासेस वाले विद्यार्थी ध्यान रखन, पर बोर्ड क्लासेस वाले विद्यार्थी खास तौर पर ध्यान रखन कि वो कई बार ध्यान नहीं करते कि हुण इत्थे जिहड़ी पी सी ये कैपिटल सी, पर जो आप इत्थे पी पाई है वो स्मॉल पाई है। इन्हां चीज़ों का खास ख्याल रखना चाहिए बच्चों को इंग्लिश वरतते समय कि स्मॉल लैटरस ते जो कैपिटल लैटर ने उन्हों का प्रयोग कित्थे करना, किवें करना, ये प्रयोग करते समय पूरा ध्यान रखना चाहिए कि ये अपने को हुक्म सी तो आप यू आर ऑर्डर टू पोस्ट दिस लैटर। हुण सारे जो सेंटेंस ने आप इन्हां दे विच आपां की करते हैं कि आप लिख दिंदे हैं कि यू आर ऑर्डर टू, यू आर रिक्वेस्टेड टू, यू आर ऑर्डर टू, एडवाइज टू, यू आर ऑर्डर टू, यू आर रिक्वेस्टेड टू, यू आर एडवाइज टू। हुण अपने को सेंटेंस बन गया पोस्ट दिस लैटर का, यू आर ऑर्डर्ड टू पोस्ट दिस लैटर। हुण आपां इहदा सैकेंड फार्मूला जिहड़ा तुहानूं दस्सण जा रहे हैं, एक लैट नाल भी आपां इस वाक नूं बना सकते हाँ, जिवें कि लैट दिस लैटर मूहरे लै आओ, लैट दिस लैटर, लैट दिस लैटर बी का प्रयोग किया, लैट दिस लैटर बी पोस्टड, फॉर्म थर्ड करती, लैट दिस लैटर बी पोस्टड। तुसीं फार्मूला किहड़ा वरतना है, जिवें आपां गल कीती है कि अगर बेनती होवे तां यू आर रिक्वेस्टेड टू, तो अपने को एक सेंटेंस है, कई बार तो यह सेंटेंस कल्ला पा देंगे कि हैल्प मी, बस इन्ना ही लिखा होंगे हैल्प मी, तो भी आप वाक उस तरह बनाना है। तो कई बार प्लीज़ हैल्प मी, प्लीज़ अगे लगे पाया होंगे, जां जिस तरह आप लिखा हैल्प मी प्लीज़। हुण आप इसनूं किवें बनाना है, आप सेंटेंस की है, यू आर रिक्वेस्टेड, यू आर रिक्वेस्टेड टू हैल्प मी, क्योंकि आप पहले दस चुके हैं कि जो अपने को प्लीज़ वगैरह शब्द, काइंडली शब्द वो चक देने हैं। सेंटेंस बन गया यू आर रिक्वेस्टेड टू हैल्प मी। हुण आपां सलाह होवे तां सेंटेंस डू एक्सरसाइज डेली। तुहानूं लगदा है कि इस दे विच सलाह है, क्योंकि डू एक्सरसाइज डेली दे विच सलाह दित्ती गई है, तो आपां की करना है, यू आर एडवाइज्ड टू, यू आर एडवाइज्ड, you are advised to do exercise daily। do exercise daily, you are advised to do exercise। हुण आपां गल करते हैं इंटैरोगेटिव सेंटेंसिस दी। हुण तां आपां सिंपल जो सेंटेंसिस करते रहे हैं, इंटैरोगेटिव सेंटेंसिस की गल करते हैं कि अगर इंटैरोगेटिव सेंटेंस होण, इंटैरोगेटिव सेंटेंसिस दे विच अगर वट, वेयर, वाई, हाउ, वैन
ਵਿੱਚ। ਇਹ ਚੀਜ਼ਾਂ ਹੋਰ ਵੀ ਇਸ ਤਰ੍ਹਾਂ ਦੇ ਕੋਈ ਐਟਸੈਕਟਰਾ ਲੱਗੇ ਹੋ ਸਕਦੇ ਆ। ਤਾਂ ਵਟ ਲੱਗਾ ਤਾਂ ਤੁਸੀਂ ਵਟ ਦਾ ਪ੍ਰਯੋਗ ਕਰ ਲੈਣਾ ਹੈ। ਵੇਅਰ ਲੱਗਾ ਵੇਅਰ ਦਾ, ਵਾਈ ਲੱਗਾ ਵਾਈ ਦਾ, ਹਾਓ ਲੱਗਾ ਤਾਂ ਹਾਓ ਦਾ, ਵੈਨ ਵਿੱਚ ਜੋ ਵੀ ਸੈਂਟੈਂਸ ਦੇ ਵਿੱਚ ਲੱਗਿਆ ਤੁਸੀਂ ਉਸੇ ਤਰ੍ਹਾਂ ਯੂਜ਼ ਕਰ ਸਕਦੇ ਹੋ। ਬਟ ਅਗਰ ਸੈਂਟੈਂਸ ਦੇ ਵਿੱਚ ਹੂ ਲੱਗਿਆ ਪਿਆ ਹੋਵੇ ਤਾਂ ਆਪਾਂ ਬਾਏ ਹੋਮ ਦਾ ਪ੍ਰਯੋਗ ਕਰਨਾ ਹੈ। ਹੂ ਲੱਗਿਆ ਤਾਂ ਬਾਏ ਹੋਮ ਦਾ, ਤੇ ਅਗਰ ਸੈਂਟੈਂਸ ਦੇ ਵਿੱਚ ਹੋਮ ਆ ਜਾਵੇ ਤਾਂ ਆਪਾਂ ਹੂ ਦਾ ਪ੍ਰਯੋਗ ਕਰਨਾ ਹੈ। ਤੁਹਾਨੂੰ ਸੈਂਟੈਂਸ ਬਣਾ ਕੇ ਸਮਝਾ ਦਿੰਦੇ ਹਾਂ ਕਿ ਜਿਸ ਤਰ੍ਹਾਂ ਆਪਣੇ ਕੋਲ ਇੱਕ ਵਾਕ ਹੈ, ਵਾਈ ਹੈਡ ਯੂ ਸਪੈਂਟ ਦ ਮਨੀ, ਵਾਈ ਹੈਡ ਯੂ ਸਪੈਂਟ ਦ ਮਨੀ, ਕੁਐਸਚਨ ਮਾਰਕ ਪਿੱਛੇ ਲੱਗਿਆ ਹੋਇਆ ਹੈ। ਜਿਹੜਾ ਇੰਟੈਰੋਗੇਟਿਵ ਸੈਂਟੈਂਸ ਹੈ ਉਹਨੂੰ ਇੰਟੈਰੋਗੇਟਿਵ ਸੈਂਸ ਦੇ ਵਿੱਚ ਹੀ ਬਣਾਉਣਾ ਹੈ। ਆਪਾਂ ਵਾਈ ਦਾ ਕੀ ਕਰਨਾ ਹੈ, ਉਵੇਂ ਜ਼ਿਕਰ ਵਾਈ ਲਗਾ ਦੇਣਾ ਹੈ। ਵਾਈ ਹੈਡ ਦਾ ਮਨੀ ਅੱਗੇ ਆ ਗਿਆ, ਵਾਈ ਹੈਡ ਦਾ ਮਨੀ ਬੀਨ spent by you. Why had the money been spent by you? ਇਹ ਸੀ ਵਾਈ ਵਾਲਾ ਵਾਕ। ਹੁਣ ਆਪਾਂ ਹੂ ਵਾਲਾ ਵਾਕ ਬਣਾ ਰਹੇ ਹਾਂ ਕਿ ਹੂ ਦਾ ਆਪਾਂ ਕੀ ਕਰਨਾ ਹੈ, ਬਾਏ ਹੋਮ। ਹੁਣ ਸੈਂਟੈਂਸ ਹੈ ਹੂ ਰਿਸੀਵਸ ਦ ਲੈਟਰ, ਹੂ ਰਿਸੀਵਸ ਦਾ ਲੈਟਰ। ਆਪਾਂ ਤੁਹਾਨੂੰ ਦੱਸਿਆ ਕਿ ਹੂ ਦਾ ਕੀ ਕਰ ਦੇਣਾ ਆਪਾਂ, ਬਾਏ ਹੋਮ, ਬਾਏ ਹੋਮ, ਬਾਏ ਹੋਮ। ਹਾਂਜੀ, ਜੋ ਫਾਰਮੂਲਾ ਹੈ ਉਹਦੇ ਮੁਤਾਬਕ ਪਹਿਲੀ ਫਾਰਮ ਦੇ ਨਾਲ ਐਸ ਲੱਗਿਆ ਪਿਆ ਹੈ ਤਾਂ ਆਪਾਂ ਇਜ਼ ਐਮ ਆਰ ਦਾ ਪ੍ਰਯੋਗ ਕਰਨਾ ਹੈ। ਬਾਏ ਹੋਮ ਇਜ਼ ਦਾ ਲੈਟਰ ਰਿਸੀਵ, received, by whom is the letter received। ਆਪਾਂ ਇੰਟੈਰੋਗੇਟਿਵ ਸੈਂਟੈਂਸਸ ਬਣਾ ਰਹੇ ਸੀ ਤੇ ਇੰਟੈਰੋਗੇਟਿਵ ਸੈਂਟੈਂਸਸ ਦੇ ਵਿੱਚ WH ਫੈਮਿਲੀ ਵਾਲੇ ਵਾਈ, ਵਟ, ਵੈਨ ਇਹਨਾਂ ਦੀ ਗੱਲ ਕੀਤੀ। ਪਰ ਸੈਂਟੈਂਸ ਤਾਂ ਕਈ ਵਾਰੀ ਸਿੰਪਲ ਵੀ ਇੰਟੈਰੋਗੇਟਿਵ ਆ ਸਕਦਾ, ਯਾਨੀ ਕਿ WH ਫੈਮਿਲੀ ਤੋਂ ਬਿਨਾ, ਯਾਨੀ ਕਿ ਇਕੱਲਾ ਹੈਲਪਿੰਗ ਵਰਬ ਵੀ ਅੱਗੇ ਹੋਵੇ। ਤੇ ਤੁਹਾਨੂੰ ਅਸੀਂ ਜਦੋਂ ਵੌਇਸ ਸਿਖਾ ਰਹੇ ਹਾਂ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਈਏ। ਹੈਲਪਿੰਗ ਵਰਬ ਵਾਲਾ ਵੀ ਆਸਾਨ ਹੀ ਹੁੰਦਾ, ਕੋਈ ਮੁਸ਼ਕਿਲ ਵਾਕ ਨਹੀਂ ਹੈ। ਜਿਵੇਂ ਆਪਣੇ ਕੋਲ ਇੱਕ ਇੰਟੈਰੋਗੇਟਿਵ ਸੈਂਟੈਂਸ ਹੈ, ਹੈਡ ਯੂ ਡਨ ਹੋਮਵਰਕ, ਹੈਡ ਯੂ ਡਨ ਹੋਮਵਰਕ, ਇਹ ਹੈਲਪਿੰਗ ਵਰਬ ਅੱਗੇ ਹੈ ਆਪਣੇ ਕੋਲੇ। ਹੁਣ ਆਪਾਂ ਕੀ ਕਰਨਾ ਹੈ ਕਿ ਫਾਰਮੂਲਾ ਉਹੀ ਜੋ ਆਪਾਂ ਪੁਰਾਣੇ ਦੱਸੇ ਹੋਏ ਨਾ ਉਸੇ ਮੁਤਾਬਕ ਹੀ ਇਹ ਚੱਲਣਾ ਹੈ। ਤਾਂ ਆਪਾਂ ਹੋਮਵਰਕ ਨੂੰ ਜਦੋਂ ਅੱਗੇ ਲੈ ਕੇ ਆਵਾਂਗੇ ਤੇ ਹੈਡ ਵਾਲੇ 'ਚ ਹੈਡ ਬੀਨ ਦਾ ਪ੍ਰਯੋਗ ਕਰਦੇ ਹੁੰਦੇ ਆਪਾਂ। ਹੈਡ ਹੋਮਵਰਕ, ਦੇਖੋ ਆਬਜੈਕਟ ਨੂੰ ਮੂਹਰੇ ਲੈ ਆਏ ਆਪਾਂ, ਹੈਡ ਹੋਮਵਰਕ, ਹੈਡ ਹੋਮਵਰਕ ਬੀਨ, ਥਰਡ ਫਾਰਮ ਪਹਿਲੇ ਲੱਗੀ ਪਈ ਹੈ, ਡਨ ਬਾਏ ਯੂ। ਸੈਂਟੈਂਸ ਆਪਣੇ ਕੋਲੇ ਬਣ ਗਿਆ, ਹੈਡ ਹੋਮਵਰਕ ਬੀਨ ਡਨ ਬਾਏ ਯੂ। ਹੁਣ ਆਪਾਂ ਇੰਟੈਰੋਗੇਟਿਵ ਸੈਂਟੈਂਸਸ ਦੀ ਗੱਲ ਕਰ ਚੁੱਕੇ ਹਾਂ ਤੇ ਸੈਂਟੈਂਸ ਆਪਾਂ ਨੂੰ ਕਈ ਵਾਰੀ ਨੈਗੇਟਿਵ ਵੀ ਆ ਜਾਂਦਾ, ਯਾਨੀ ਕਿ ਨਾਵਾਚੀ ਸੈਂਟੈਂਸ 'ਚ ਆ ਗਿਆ। ਜਿਵੇਂ ਕਿ ਨੈਗੇਟਿਵ ਸੈਂਟੈਂਸ ਸ਼ੀ ਡਜ਼ ਨਾਟ ਸਿੰਗ ਸੌਂਗ, ਸ਼ੀ ਡਜ਼ ਨਾਟ ਸਿੰਗ ਸੌਂਗ, ਆਪਾਂ ਇਸ ਨੂੰ ਨੈਗੇਟਿਵ ਸੈਂਸ ਦੇ ਵਿੱਚ ਹੀ ਬਣਾਉਣਾ। ਸੌਂਗ ਅੱਗੇ ਆ ਜਾਏਗਾ, ਸੌਂਗ ਡਜ਼ ਲੱਗਿਆ ਪਿਆ ਹੋਵੇ ਜਾਂ ਵਰਬ ਦੀ ਫਸਟ ਫਾਰਮ ਹੋਵੇ ਤਾਂ ਆਪਾਂ ਇਜ਼ ਐਮ ਆਰ ਦਾ ਪ੍ਰਯੋਗ ਕਰਦੇ ਹਾਂ। ਸੌਂਗ ਇਜ਼ ਨਾਟ, ਥਰਡ ਫਾਰਮ, ਸੰਗ by her, song is not sung by her। ਹੁਣ ਇੱਕ ਸੈਂਟੈਂਸ ਹੋਰ ਆਪਾਂ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਕਿ ਰਵੀ ਡਿਡ ਨਾਟ ਰੀਡ ਬੁੱਕ, ਰਵੀ ਡਿਡ ਨਾਟ ਰੀਡ ਬੁੱਕ, ਬੁੱਕ ਅੱਗੇ ਆ ਗਈ ਕਿਉਂਕਿ ਡਿਡ ਲੱਗਿਆ ਪਿਆ ਤੇ ਵਾਸ ਵਰ ਦਾ, ਬੁੱਕ ਵਾਸ ਨਾਟ। ਹੁਣ ਜਿਹੜੀ ਰੀਡ ਦੀ ਥਰਡ ਫਾਰਮ ਹੈ ਸਪੈਲਿੰਗ ਆਹੀ ਰਹਿਣਗੇ ਪਰ ਪ੍ਰੋਨਾਂਸੀਏਸ਼ਨ ਦੇ ਵਿੱਚ ਥੋੜਾ ਫਰਕ ਆ ਜਾਏਗਾ, read, book was not read by Ravi, not read by Ravi। Dear students, ਇਹ ਸੀ ਅੱਜ ਵੌਇਸ ਤੁਹਾਨੂੰ ਜੋ ਸਿਖਾਈ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੂਰੇ ਵਿਸਥਾਰ ਦੇ ਵਿੱਚ ਤੁਹਾਡੀ ਕੋਈ ਪ੍ਰੋਬਲਮ ਰਵੇ ਨਾ, ਤੁਹਾਨੂੰ ਵੌਇਸ ਚੰਗੀ ਤਰ੍ਹਾਂ ਆ ਜਾਵੇ। ਪੂਰੀ ਕੋਸ਼ਿਸ਼ ਕੀਤੀ ਹੈ, ਹਰ ਇੱਕ ਸੈਂਟੈਂਸ ਬਣਾ ਕੇ ਤੁਹਾਨੂੰ ਦੱਸਿਆ ਹੈ। ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜੋ ਵੀਡੀਓ ਦੇ ਲਾਸਟ ਵਿੱਚ ਮੈਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸ ਦੇਵਾਂਗਾ ਤੇ ਤੁਸੀਂ ਉਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਪਰ
ਫਿਰ ਵੀ ਤੁਸੀਂ ਕੀ ਕਰਨਾ ਹੈ ਕਿ ਜਿੱਥੋਂ ਤੁਹਾਨੂੰ ਸਮਝ ਨਹੀਂ ਪੈਂਦਾ ਫਾਰਮੂਲੇ ਨੂੰ ਤੁਸੀਂ ਰਿਵਾਈਂਡ ਕਰਕੇ ਵੀਡੀਓ ਨੂੰ ਰਿਵਾਈਂਡ ਕਰਕੇ ਤੁਸੀਂ ਵੇਖ ਸਕਦੇ ਹੋ, ਸੈਂਟੈਂਸ ਵੇਖ ਸਕਦੇ ਹੋ, ਸੈਂਟੈਂਸ ਬਣਾ ਕੇ ਵੇਖੋ। ਸੈਂਟੈਂਸ ਬਣਾ ਕੇ ਵੇਖੋਗੇ ਤੇ ਤੁਹਾਨੂੰ ਵੌਇਸ ਆਪਣੇ ਆਪ ਹੀ ਆ ਜਾਵੇਗੀ। ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ। ਡੀਅਰ ਸਟੂਡੈਂਟਸ, ਨਾਓ ਲੈਟਸ ਸਟਾਰਟ discuss about IELTS. Firstly, you should know the full form of IELTS. IELTS. I international, E English, L language, T testing, S system. You should know the There are 4 code words: reading, listening, writing, speaking. They all contains 9 band. Reading 9 band, listening 9 band, writing 9 band, speaking 9 band. Firstly, discuss about reading. You should know how to speak words, read words, pronounce them. ਅਸੀਂ ਰੀਡਿੰਗ ਦੀ ਗੱਲ ਕਰ ਰਹੇ ਹਾਂ। ਫਸਟਲੀ ਤਾਂ ਸਾਡੇ ਜੋ ਪਿੰਡਾਂ ਦੇ ਸਟੂਡੈਂਟਸ ਨੇ ਉਹਨਾਂ ਨੇ ਆਪਣੇ ਮਨ ਦੇ ਅੰਦਰ ਇੱਕ ਹਊਆ ਜਿਹਾ ਬਣਾ ਰੱਖਿਆ ਹੁੰਦਾ ਆਇਲਟਸ ਨੂੰ ਕਿ ਆਇਲਟਸ ਕਰਨੀ ਹੈ। ਸਾਡੇ ਪਿੰਡਾਂ ਦੇ ਜੋ ਲੋਕ ਨੇ ਉਹ ਵੀ ਕਈ ਉਤਸ਼ਾਹ ਵਾਲੀਆਂ ਗੱਲਾਂ ਨਹੀਂ ਕਰਦੇ, ਬਲਕਿ ਡਰਾਉਣ ਵਾਲੀਆਂ ਕਿ ਤੈਨੂੰ ਤਾਂ ਇੰਗਲਿਸ਼ ਘੱਟ ਆਉਂਦੀ ਹੈ ਜਾਂ ਤੂੰ ਆਇਲਟਸ ਕਿਵੇਂ ਕਰੇਂਗਾ। ਇਸ ਨੂੰ ਪਹਿਲਾਂ ਤਾਂ ਆਪਣੀ ਘਬਰਾਹਟ ਨੂੰ ਕੱਢ ਦਿਓ। ਆਇਲਟਸ ਕੋਈ ਬਹੁਤ ਵੱਡੇ ਮਾਰਕਾਂ ਮਾਰਨਾ ਨਹੀਂ ਹੈ ਜਾਂ ਬਹੁਤ ਵੱਡੀ ਕੋਈ ਹਊਆ ਪੈਦਾ ਕਰਨ ਵਾਲੀ ਗੱਲ ਨਹੀਂ ਹੈ। ਇਹਦਾ ਕੋਈ ਸਿਲੇਬਸ ਨਹੀਂ ਹੈ, ਵੱਡਾ ਸਿਲੇਬਸ ਇਹਦਾ ਕੋਈ ਨਹੀਂ ਹੈ, ਨਾ ਹੀ ਕੋਈ ਇਹਦਾ ਖਾਸ ਕੋਈ ਸਿਲੇਬਸ ਬਣਾਇਆ ਗਿਆ ਹੈ। ਇਹ ਤਾਂ ਤੁਹਾਡੀ ਇੰਗਲਿਸ਼ ਨੂੰ ਜਾਣਨਾ ਹੈ ਉਹਨਾਂ ਨੇ। ਇੰਗਲਿਸ਼ ਕਿ ਤੁਹਾਡੀ ਰੀਡਿੰਗ ਕਿਸ ਤਰ੍ਹਾਂ ਹੈ, ਤੁਹਾਡੀ ਲਿਸਨਿੰਗ ਕਿਸ ਤਰ੍ਹਾਂ ਹੈ, ਹਾਊ ਯੂ ਰਾਈਟ, ਹਾਊ ਯੂ ਸਪੀਕ। ਇਸ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਵੋ। ਆਪਣੇ ਦਿਮਾਗ ਦੇ ਵਿੱਚੋਂ ਇਸ ਦਾ ਜੋ ਡਰ ਪੈਦਾ ਕੀਤਾ ਹੈ ਇਹ ਕੱਢ ਦਿਓ। ਹੁਣ ਆਪਾਂ ਗੱਲ ਕਰਦੇ ਹਾਂ ਕਿ ਰੀਡਿੰਗ ਕਰਦੇ ਸਮੇਂ ਤੁਸੀਂ ਪੂਰਾ ਧਿਆਨ ਰੱਖਣਾ ਕਿ ਤੁਸੀਂ ਰੀਡ ਕਰਦੇ ਵਕਤ ਉਸ ਦੀ ਪ੍ਰੋਨੰਸੀਏਸ਼ਨ ਵੱਲ ਧਿਆਨ ਦੇਣਾ, ਉਸ ਵਰਡਸ ਨੂੰ, ਤੇ ਸਮਾਂ ਬੰਨ੍ਹ ਲਓ। ਡੇਲੀ ਤੁਸੀਂ ਸਮਾਂ ਬੰਨੋਗੇ 1 ਘੰਟਾ ਘੱਟੋ ਘੱਟ ਸਭ ਤੋਂ ਪਹਿਲਾਂ ਤੁਹਾਨੂੰ ਰੀਡਿੰਗ ਲਈ ਚਾਹੀਦਾ ਹੈ। ਉਸੇ ਸਮੇਂ ਦੇ ਵਿੱਚ ਤੁਸੀਂ ਇਹ ਨਹੀਂ ਕਿ ਹੁਣ ਆਪਾਂ ਤੜਕੇ ਕਦੇ ਬੈਠ ਗਏ, ਜੇ ਟਾਈਮ ਮਿਲਿਆ ਤਾਂ ਦੁਪਹਿਰੇ ਬੈਠ ਗਏ, ਨਾ ਟਾਈਮ ਮਿਲਿਆ ਤਾਂ ਸ਼ਾਮ ਨੂੰ ਬੈਠ ਗਏ। ਨਹੀਂ, ਅਗਰ ਤੁਸੀਂ ਆਪਣਾ ਗੋਲ ਅਚੀਵ ਕਰਨਾ ਹੈ, ਤੁਸੀਂ ਆਇਲਟਸ ਦੇ ਵਿੱਚ ਆਪਣੇ 9 ਬੈਂਡ ਤੁਹਾਡਾ ਗੋਲ ਹੈ, ਤਾਂ ਤੁਸੀਂ ਰੀਡਿੰਗ ਦੇ ਵੱਲ ਪੂਰਾ ਧਿਆਨ ਦੇ ਪਾਓਗੇ। ਸੈਕੰਡਲੀ ਆਪਾਂ ਗੱਲ ਕਰਦੇ ਹਾਂ ਲਿਸਨਿੰਗ ਦੀ। ਲਿਸਨਿੰਗ ਇਹ ਵੀ ਇੱਕ ਬਹੁਤ ਹੀ ਵੈਰੀ ਇੰਪੋਰਟੈਂਟ ਪਾਰਟ ਆਫ ਆਇਲਟਸ। ਨਾਓ ਯੂ ਸ਼ੁੱਡ ਨੋ ਹਾਊ ਟੂ ਲਿਸਨਿੰਗ ਕਿ ਤੁਹਾਡਾ ਲਿਸਨਿੰਗ ਹੈ ਕਿਸ ਤਰ੍ਹਾਂ ਦਾ। ਇਹਦੇ ਲਈ ਅੱਜ ਕੱਲ੍ਹ ਤੁਹਾਡੇ ਕੋਲ ਬਹੁਤ ਸਾਰੇ ਗੈਜਟਸ ਹੈਗੇ ਨੇ, ਘਰ ਵਿੱਚ ਮੋਬਾਈਲ ਹੀ ਹੈ। ਉਸ ਮੋਬਾਈਲ ਦੇ ਉੱਤੇ ਆਪਣੀ ਆਵਾਜ਼ ਨੂੰ ਤੁਸੀਂ ਰਿਕਾਰਡ ਕਰੋ, ਉੱਥੇ ਦੇਖੋ, ਸੁਣੋ ਬਾਰ-ਬਾਰ ਉਸ ਨੂੰ। ਫਸਟਲੀ ਤੁਹਾਨੂੰ ਥੋੜ੍ਹਾ ਜਿਹਾ ਅਜੀਬ ਲੱਗੇਗਾ ਕਿ ਮੈਂ ਆਪਣੀ ਆਵਾਜ਼ ਸੁਣ ਰਿਹਾ, ਤੁਹਾਨੂੰ ਅਜੀਬ ਜਿਹਾ ਮਹਿਸੂਸ ਹੋਵੇਗਾ, ਬਟ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਡੀ ਪ੍ਰੋਨੰਸੀਏਸ਼ਨ ਅੱਜ ਨਹੀਂ ਤਾਂ ਕੱਲ੍ਹ ਪਰਸੋਂ ਡੇ ਬਾਏ ਡੇ ਇੰਪਰੂਵ ਹੁੰਦੀ ਜਾਏਗੀ, ਠੀਕ ਹੈ। ਅਤੇ ਬਾਕੀ ਤੁਸੀਂ ਜੋ ਲਿਸਨਿੰਗ ਦੇ ਵਿੱਚ ਹੀ ਤੁਹਾਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗੇਗਾ ਕਿ ਮੈਂ ਕਿਹੜੇ ਵਰਡ ਨੂੰ ਕੀ ਪ੍ਰੋਨਾਊਂਸ ਕਰ ਰਿਹਾ, ਇਸ ਨੂੰ ਸਹੀ ਪ੍ਰੋਨੰਸੀਏਸ਼ਨ ਕਿੱਥੇ ਹੈ। ਇਸ ਦੇ ਲਈ ਅਗਰ ਤਾਂ ਤੁਸੀਂ ਕੋਈ ਇੰਸਟੀਚਿਊਟ ਵਿੱਚ ਜਾ ਰਹੇ ਹੋ ਦਾ ਬੈਟਰ, ਅਗਰ ਘਰ ਵਿੱਚ ਹੀ ਬੈਠੇ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਬਹੁਤ ਸਾਰੇ ਅੱਜ ਕੱਲ੍ਹ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਇੰਟਰਨੈਟ ਦੇ ਉੱਤੇ ਸਰਚ ਕਰਕੇ ਉਸ ਵਰਡਸ ਦੀ ਸਹੀ ਪ੍ਰੋਨਾਂਸੀਏਸ਼ਨ ਲੈ ਸਕਦੇ ਹੋ, ਭਾਲ ਸਕਦੇ ਹੋ। ਡੀਅਰ ਸਟੂਡੈਂਟਸ, ਹੁਣ ਵਾਰੀ ਹੈ ਰਾਈਟਿੰਗ ਦੀ। ਰਾਈਟਿੰਗ ਦੀ ਜੋ ਗੱਲ ਹੈ ਕਿ ਜਿਵੇਂ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਰਾਈਟਿੰਗ ਬਾਰੇ ਕਿਹਾ ਜਾਂਦਾ ਕਿ ਰਾਈਟਿੰਗ ਆਪਣੀ ਸੁਧਾਰੋ। ਰਾਈਟਿੰਗ ਤੁਹਾਡੀ ਸਾਫ਼ ਸੁਥਰੀ ਹੋਣੀ ਜ਼ਰੂਰੀ ਹੈ, ਲਾਜ਼ਮੀ ਹੈ, ਠੀਕ ਹੈ। ਬਟ ਤੁਸੀਂ ਇੱਥੇ ਰਾਈਟਿੰਗ ਵੱਲ ਕੀ ਧਿਆਨ ਦੇਣਾ ਹੈ ਕਿ ਤੁਸੀਂ ਰਾਈਟਿੰਗ ਰਾਈਟਿੰਗ ਪ੍ਰੈਕਟਿਸ ਕਰਨੀ ਹੈ, ਰਾਈਟਿੰਗ ਕਰ ਕਰਕੇ ਵੇਖਦੇ ਰਹਿਣਾ ਹੈ। ਜੋ ਪੈਰਾਗ੍ਰਾਫਸ ਤੁਹਾਡੇ ਕੋਲ ਹਨ ਉਹਨਾਂ ਪੈਰਾਗ੍ਰਾਫਸ ਨੂੰ ਲਿਖ ਕੇ ਉਸ ਤੋਂ ਬਾਅਦ ਉਹਨਾਂ ਨੂੰ ਮੈਚ ਜ਼ਰੂਰ ਕਰੋ, ਮਿਲਾਓ ਜ਼ਰੂਰ, ਸਪੈਲਿੰਗ ਟੂ ਸਪੈਲਿੰਗ ਉਹਨਾਂ ਨੂੰ ਮਿਲਾਉਂਦੇ ਰਹੋ, ਵਾਰ-ਵਾਰ ਇਸ ਦੀ ਪ੍ਰੈਕਟਿਸ ਕਰਦੇ ਰਹੋ ਤਾਂ ਕਿ ਤੁਹਾਡੀ ਰਾਈਟਿੰਗ 'ਚ ਸੁਧਾਰ ਹੋ ਸਕੇ।
नाउ we discuss about speaking. Speaking is main part of IELTS. Speaking ਕਰਦੇ ਵਕਤ ਤੁਸੀਂ ਝਿਜਕ ਦਿਮਾਗ ਵਿੱਚੋਂ ਕੱਢ ਦੇਵੋ। ਆਪਣੇ ਜੋ ਪਿੰਡਾਂ ਵਾਲੇ ਖਾਸ ਤੌਰ ਤੇ ਸਟੂਡੈਂਟਸ ਨੇ ਉਹ ਝਿਜਕਦੇ ਬਹੁਤ ਨੇ, ਕਿਉਂਕਿ ਪਿੰਡਾਂ ਵਿੱਚ ਇਹ ਆਮ ਵੀ ਗੱਲ ਹੈ ਕਿ ਤੁਸੀਂ ਜੇ ਆਪਣੇ ਫਰੈਂਡ ਸਰਕਲ ਦੇ ਵਿੱਚ ਥੋੜ੍ਹੀ ਜਿਹੀ ਵੀ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰਦੇ ਹੋ ਨਾ, ਤਾਂ ਕੋਈ ਦੂਜਾ ਤੁਹਾਨੂੰ ਕਰੇਜ ਕਰਨ ਦੀ ਬਜਾਏ ਇਨਕਰੇਜ ਕਰਦਾ ਹੈ, ਤੁਹਾਡਾ ਹੌਸਲਾ ਸਿੱਟ ਦਿੰਦਾ ਕਿ ਵੱਡਾ ਅੰਗਰੇਜ਼। ਪਰ ਆਈਲੈਟਸ ਕਰਦੇ ਵਕਤ ਤੁਸੀਂ ਸਪੀਕਿੰਗ ਜ਼ਰੂਰੀ ਹੈ। ਸਪੀਕਿੰਗ ਕਰਦੇ ਵਕਤ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਤੁਸੀਂ ਇੰਗਲਿਸ਼ ਸਪੀਕ ਕਰ ਰਹੇ ਹੋ, ਥੋੜ੍ਹਾ ਜਿਹਾ ਫਾਸਟ ਸਪੀਕਿੰਗ ਕਰੋ। ਜੇ ਤੁਸੀਂ ਹੈਲਪਿੰਗ ਵਰਬ ਬਾਰੇ ਇੱਕ ਸੈਂਟੈਂਸ ਬੋਲਿਆ, ਉਸ ਤੋਂ ਬਾਅਦ ਉਹਦੇ ਹੈਲਪਿੰਗ ਵਰਬ ਦੇ ਬਾਰੇ ਤੇ ਇਹ ਚੀਜ਼ਾਂ ਸੋਚਦੇ ਕਿ ਮੈਂ ਇੱਥੇ ਗਲਤ ਲਾਇਆ ਕਿ ਸਹੀ ਲਾਇਆ, ਤਾਂ ਤੁਸੀਂ ਨੈਕਸਟ ਸੈਂਟੈਂਸ ਕਿਵੇਂ ਬੋਲੋਗੇ। ਇਸ ਕਰਕੇ ਆਪਣੀ ਫ੍ਰੀਕੁਐਂਸੀ ਬਣਾਓ ਸਪੀਕਿੰਗ ਕਰਨ ਦੀ। ਤੁਸੀਂ ਹੈਲਪਿੰਗ ਵਰਬ ਅੱਜ ਗਲਤ ਲਾਇਆ, ਕੱਲ੍ਹ ਉਸ ਤੋਂ ਜ਼ਿਆਦਾ ਸਹੀ ਹੋ ਜਾਏਗਾ, ਪਰਸੋਂ ਉਸ ਤੋਂ ਜ਼ਿਆਦਾ ਸਹੀ ਹੋਏਗਾ। ਸਪੀਕਿੰਗ ਵੱਲ ਪੂਰਾ ਧਿਆਨ ਦਿੰਦੇ ਰਹੋ। ਹੁਣ ਗੱਲ ਕਰਦੇ ਹਾਂ ਕਿ ਇਹ ਜੋ ਚਾਰੋਂ ਪਾਰਟ ਨੇ, ਰੀਡਿੰਗ, ਲਿਸਨਿੰਗ, ਰਾਈਟਿੰਗ ਅਤੇ ਸਪੀਕਿੰਗ, ਇਹਨਾਂ ਨੂੰ ਕਰਨ ਦਾ ਤਾਂ ਹੀ ਫਾਇਦਾ ਜੇ ਤੁਹਾਨੂੰ ਇੰਗਲਿਸ਼ ਆ ਰਹੀ ਹੈ, ਇੰਗਲਿਸ਼ ਬਾਰੇ ਕੁਝ ਪਤਾ ਹੈ। ਅਤੇ ਉਹ ਜੇ ਆਪਾਂ ਇਹ ਕਹਿ ਲਈਏ ਕਿ ਦਰਖਤ ਦਾ ਜੇਕਰ ਤੁਹਾਡੇ ਕੋਲ ਬੀਜ ਹੀ ਨਹੀਂ ਹੈ ਤਾਂ ਦਰਖਤ ਬਣੇਗਾ ਕਿਵੇਂ? ਅਤੇ ਉਹ ਦਰਖਤ ਦਾ ਬੀਜ ਕੀ ਨੇ? ਟੈਂਸਿਸ। ਜੇ ਟੈਂਸਿਸ ਦੀ ਤੁਹਾਨੂੰ ਜਾਣਕਾਰੀ ਹੈ ਤਾਂ ਤੁਸੀਂ ਇਹਨਾਂ ਚਾਰਾਂ ਵੱਲ ਧਿਆਨ ਦੇ ਪਾਓਗੇ। ਜੇ ਟੈਂਸਿਸ ਦੀ ਜਾਣਕਾਰੀ ਹੈ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਟੈਂਸਿਸ ਦੀ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਸ ਕਰਕੇ ਟੈਂਸਿਸ ਵੱਲ ਖਾਸ ਧਿਆਨ ਦਿਓ। ਡੀਅਰ ਸਟੂਡੈਂਟਸ, ਹੁਣ ਅਸੀਂ ਉਸ ਗ੍ਰਾਮਰ, ਉਸ ਪਾਰਟ ਦੀ ਗੱਲ ਕਰ ਰਹੇ ਹਾਂ, ਜਿਵੇਂ ਕਿ ਅਸੀਂ ਤੁਹਾਨੂੰ ਆਖਿਆ ਕਿ ਇੰਗਲਿਸ਼ ਦਾ ਇਹ ਬੀਜ ਹੈ, ਦਰਖਤ ਦਾ ਇਹ ਬੀਜ ਟੈਂਸਿਸ। ਅਸੀਂ ਇੱਥੇ ਸ਼ਾਰਟਕਟ, ਫਾਸਟ, ਥੋੜ੍ਹਾ ਜਲਦੀ ਤੁਹਾਨੂੰ ਇਹ ਰੂਲਸ ਸਮਝਾ ਰਹੇ ਹਾਂ। ਅਗਰ ਤੁਸੀਂ ਆਈਲੈਟਸ ਕਰ ਰਹੇ ਹੋ ਤਾਂ ਤੁਸੀਂ ਸਾਡੇ ਇਸ ਚੈਨਲ ਦੀ ਜਿਹੜੀ ਵੀਡੀਓ ਨੂੰ ਵੇਖ ਰਹੇ ਹੋ, ਵੀਡੀਓ ਸੈਕਸ਼ਨ ਦੇ ਵਿੱਚ ਜਾ ਕੇ ਨੀਚੇ ਜਦੋਂ ਜਾਓਗੇ, ਥੱਲੇ ਜਾਓਗੇ, ਤਾਂ ਉੱਥੇ ਹਰੇਕ ਟੈਂਸ ਦੀ ਅਲੱਗ-ਅਲੱਗ ਵੀਡੀਓ ਪਈ ਹੈ, ਵਿਸਥਾਰ ਵਿੱਚ ਐਗਜ਼ਾਮਪਲ ਦਿੱਤੀ ਹੋਈ ਹੈ, ਨਾਲ ਸੈਂਟੈਂਸਿਸ ਬਣਾਉਣ ਨੂੰ ਦਿੱਤੇ ਗਏ ਨੇ, ਪ੍ਰੈਕਟਿਸ ਕਰਨ ਲਈ ਸੈਂਟੈਂਸ ਦਿੱਤੇ ਗਏ ਨੇ, ਪੂਰੇ ਵਿਸਥਾਰ ਵਿੱਚ ਤੁਸੀਂ ਉਹਨਾਂ ਨੂੰ ਜਾ ਕੇ ਵੇਖ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਟੈਂਸਿਸ ਦੀ। ਲਾਤਾ ਪੋਜ਼। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਜਦੋਂ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ ਪਹਿਚਾਣ ਕਿਸ ਤਰ੍ਹਾਂ ਕਰਾਂਗੇ ਕਿ ਵਾਕ ਦੇ ਵਿੱਚ ਦਾ ਹੈ, ਦੀ ਹੈ, ਦੇਹ ਵਗੈਰਾ ਲੱਗਿਆ ਹੁੰਦਾ ਹੈ, ਅਤੇ ਇਸ ਦਾ ਜੋ ਸਿੰਪਲ ਫਾਰਮੂਲਾ ਹੈ, ਵਰਬ ਦੀ ਫਸਟ ਫਾਰਮ ਸਬਜੈਕਟ ਅਤੇ ਈਐਸ ਨਾਲ ਪ੍ਰਯੋਗ ਕਰਨਾ ਹੈ। ਕਈ ਸੈਂਟੈਂਸ ਜਿਵੇਂ ਆਈ, ਵੀ, ਯੂ, ਦੇ ਵਾਲੇ ਜਿਹੜੇ ਸੈਂਟੈਂਸ ਹੁੰਦੇ ਉਹਨਾਂ ਦੇ ਵਿੱਚ ਇਕੱਲੇ ਵੀ ਫਸਟ ਦਾ ਪ੍ਰਯੋਗ ਹੁੰਦਾ ਹੈ। ਜਿਵੇਂ ਆਪਣੇ ਕੋਲ ਇੱਕ ਸੈਂਟੈਂਸ ਹੈ, ਉਹ ਸਕੂਲ ਜਾਂਦਾ ਹੈ। ਵਾਕ ਆਪਣੇ ਕੋਲ ਕੀ ਹੈ? ਉਹ ਸਕੂਲ ਜਾਂਦਾ ਹੈ। ਇਹਦਾ ਆਪਾਂ ਕੀ ਬਣਾਵਾਂਗੇ? ਹੀ ਗੋ, ਫਸਟ ਫਾਰਮ ਦੇ ਨਾਲ ਈਐਸ ਲਾਤਾ, ਹੀ ਗੋਜ਼ ਟੂ ਸਕੂਲ। ਉਹ ਸਕੂਲ ਜਾਂਦਾ ਹੈ, ਹੀ ਗੋਜ਼ ਟੂ ਸਕੂਲ। ਹੁਣ ਆਪਾਂ ਗੱਲ ਇਸੇ ਟੈਂਸ ਦੇ ਵਿੱਚ, ਇਸੇ ਸੈਂਟੈਂਸ ਨੂੰ ਆਪਾਂ ਪਾਸਟ ਦੇ ਵਿੱਚ ਕਿਸ ਤਰ੍ਹਾਂ ਬਣਾਵਾਂਗੇ? ਪਾਸਟ ਇੰਡੈਫੀਨਿਟ ਦੇ ਵਿੱਚ ਪਹਿਚਾਣ ਹੁੰਦੀ ਹੈ ਦਾ ਸੀ, ਦੀ ਸੀ, ਦੇ ਸਨ, ਦੀਆਂ ਸਨ ਆਦਿ। ਇਹਦੇ ਵਿੱਚ V2 ਦਾ ਪ੍ਰਯੋਗ ਕਰਦੇ ਹਾਂ ਆਪਾਂ। ਹੁਣ ਇਹੀ ਸੈਂਟੈਂਸ ਜੋ ਉਹ ਸਕੂਲ ਜਾਂਦਾ ਹੈ, ਤਾਂ ਆਪਣੇ ਕੋਲ ਸੈਂਟੈਂਸ ਹੋਏਗਾ ਉਹ ਸਕੂਲ ਜਾਂਦਾ ਸੀ, ਤਾਂ ਆਪਾਂ ਹੀ ਸੈਕੰਡ ਫਾਰਮ ਯੂਜ਼ ਕਰਨੀ ਹੈ, ਹੀ ਵੈਂਟ ਟੂ ਸਕੂਲ। ਹੀ ਵੈਂਟ ਟੂ ਸਕੂਲ। ਹਾਂਜੀ, ਹੁਣ ਆਪਾਂ ਫਿਊਚਰ ਇੰਡੈਫੀਨਿਟ ਦੀ ਗੱਲ ਕਰਦੇ ਹਾਂ। ਫਿਊਚਰ ਇੰਡੈਫੀਨਿਟ ਦੇ ਵਿੱਚ ਇਸੇ ਸੈਂਟੈਂਸ ਨੂੰ ਉਹ ਸਕੂਲ ਜਾਵੇਗਾ, ਹੀ ਵਿਲ ਗੋ ਟੂ ਸਕੂਲ। ਉਹ ਸਕੂਲ ਜਾਵੇਗਾ। ਹੁਣ ਆਪਾਂ ਇਹਨਾਂ ਟੈਂਸਿਸ ਦੇ ਜੋ ਨੈਗੇਟਿਵ ਸੈਂਟੈਂਸ ਕਿਵੇਂ ਬਣਾਉਣੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਜਿਵੇਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਆਪਾਂ ਡਜ਼ ਨਾਟ ਅਤੇ ਡੂ ਨਾਟ ਦਾ ਪ੍ਰਯੋਗ ਕਰਦੇ ਹਾਂ। ਡਜ਼ ਨਾਟ ਅਤੇ ਡੂ ਨਾਟ ਜਿਹੜੇ ਹੀ, ਸ਼ੀ, ਇਟ, ਨੇਮ ਸਿੰਗੂਲਰ ਵਾਲੇ ਵਾਕ ਹਨ, ਉਹਨਾਂ ਦੇ ਵਿੱਚ ਡਜ਼ ਦਾ ਪ੍ਰਯੋਗ, ਅਤੇ ਜਿਹੜੇ ਆਈ, ਵੀ, ਯੂ, ਦੇ ਪਲੂਰਲ ਵਾਲੇ ਵਾਕ ਹਨ, ਉਹਨਾਂ ਵਿੱਚ ਡੂ ਦਾ ਪ੍ਰਯੋਗ। ਇਹ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਡਜ਼ ਦਾ ਪ੍ਰਯੋਗ ਕਰਾਂਗੇ ਤਾਂ ਜੋ ਫਾਰਮ ਦੇ ਨਾਲ ਈਐਸ ਲਗਾਇਆ ਸੀ ਉਹ ਆਪਾਂ ਹਟਾ ਦੇਣਾ ਹੈ, ਉਹ ਨਹੀਂ ਲਗਾਉਣਾ। ਜਿਵੇਂ ਆਪਾਂ ਸੈਂਟੈਂਸ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਸਕੂਲ ਨਹੀਂ ਜਾਂਦਾ ਹੈ, ਉਹ ਸਕੂਲ ਨਹੀਂ ਜਾਂਦਾ ਹੈ, ਆਪਾਂ ਪ੍ਰਯੋਗ ਕੀ ਕਰਨਾ? ਹੀ ਡਜ਼ ਨਾਟ। ਹਾਂਜੀ, ਪਹਿਲਾਂ ਦੱਸਿਆ ਕਿ ਈਐਸ ਜਿਹੜਾ ਉਹ ਇਹ ਡੂ ਦਾ ਰੂਪ ਹੀ ਹੈ, ਜਿਹੜਾ ਡੂ, ਡਿਡ, ਡਨ ਜਿਵੇਂ ਹੁੰਦਾ ਹੈ। ਡੂ ਦਾ
ਉਹਦੇ ਵਿੱਚ ਆਪਣਾ ਹੈਲਪਿੰਗ ਵਰਬ ਡਿਡ ਬਣ ਜਾਂਦਾ ਹੈ ਤੇ ਡੂ ਦੇ ਨਾਲ ਈਐਸ ਲਾ ਕੇ ਡਜ਼ ਬਣ ਗਿਆ ਸੀ। ਹੁਣ ਆਪਾਂ ਹੀ ਡਜ਼ ਨਾਟ ਗੋ ਟੂ ਸਕੂਲ, ਹਾਂਜੀ ਇਹ ਸੈਂਟੈਂਸ ਬਣ ਗਿਆ ਹੀ ਡਜ਼ ਨਾਟ ਗੋ ਟੂ ਸਕੂਲ, ਇਹਦਾ ਨੈਗੇਟਿਵ ਰੂਪ ਜੋ ਹੈ। ਹੁਣ ਆਪਾਂ ਪਾਸਟ ਇੰਡੈਫੀਨਿਟ ਦੇ ਵਿੱਚ ਆਉਣੇ ਆ ਕਿ ਪਾਸਟ ਇੰਡੈਫੀਨਿਟ ਦੇ ਵਿੱਚ ਜਦੋਂ ਆਪਾਂ ਨੈਗੇਟਿਵ ਸੈਂਟੈਂਸਸ ਕਰਨੇ ਨੇ ਉਦੋਂ ਕਿਵੇਂ ਕਰਨੇ ਨੇ। ਇੱਥੇ ਆਪਾਂ ਸਿੰਪਲ ਸੈਂਟੈਂਸ ਬਣਾਇਆ ਸੀ ਹੀ ਵੈਂਟ ਟੂ ਸਕੂਲ, ਇੱਥੇ ਆਪਾਂ ਡਿਡ ਨਾਟ ਦਾ ਪ੍ਰਯੋਗ ਕਰਨਾ ਹੈ। ਕਾਹਦਾ ਪ੍ਰਯੋਗ ਕਰਨਾ ਹੈ? ਡਿਡ ਨਾਟ ਦਾ। ਜਿਵੇਂ ਕਿ ਹਾਂ ਇਹ ਧਿਆਨ ਰੱਖਣਾ ਹੈ ਕਿ ਜਦੋਂ ਡਿਡ ਨਾਟ ਦਾ ਪ੍ਰਯੋਗ ਕਰਾਂਗੇ ਫਾਰਮ ਜਿਹੜੀ ਨਾਲ ਦੀ ਨਾਲ ਫਸਟ ਹੋ ਜਾਵੇਗੀ। ਇੱਥੇ ਆਪਾਂ ਵੈਂਟ ਪ੍ਰਯੋਗ ਕੀਤੀ ਸੀ, ਆਪਾਂ ਸੈਕੰਡ ਫਾਰਮ ਦੀ ਬਜਾਏ ਫਸਟ ਫਾਰਮ ਯੂਜ਼ ਕਰਾਂਗੇ ਹੀ ਡਿਡ ਨਾਟ ਗੋ ਟੂ ਸਕੂਲ, ਹੀ ਡਿਡ ਨਾਟ ਗੋ ਟੂ ਸਕੂਲ। ਹਾਂਜੀ ਹੁਣ ਆਪਣੇ ਕੋਲੇ ਫਿਊਚਰ ਇੰਡੈਫੀਨਿਟ ਟੈਂਸ, ਇਹਦੇ 'ਚ ਆਪਾਂ ਵਿਲ ਸ਼ੈਲ ਤੇ ਵਰਬ ਦੀ ਫਸਟ ਫਾਰਮ ਪ੍ਰਯੋਗ ਕਰਦੇ ਰਹੇ ਹਾਂ। ਹੀ ਵਿਲ ਗੋ ਟੂ ਸਕੂਲ, ਹਾਂਜੀ ਉਹ ਸਕੂਲ ਨਹੀਂ ਜਾਵੇਗਾ, ਇਹਦੀ ਆਪਾਂ ਇੰਗਲਿਸ਼ ਕੀ ਬਣਾਵਾਂਗੇ? ਹੀ ਵਿਲ ਨਾਟ ਗੋ ਟੂ ਸਕੂਲ, ਉਹ ਸਕੂਲ ਨਹੀਂ ਜਾਵੇਗਾ। ਹੁਣ ਆਪਾਂ ਟੈਂਸਸ ਦੇ ਜੋ ਇੰਟੈਰੋਗੇਟਿਵ ਸੈਂਟੈਂਸਸ ਨੇ ਪ੍ਰੈਜ਼ੈਂਟ ਦਾ, ਪਾਸਟ ਦਾ ਤੇ ਫਿਊਚਰ ਦਾ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਪ੍ਰੈਜ਼ੈਂਟ ਦਾ ਜੋ ਇੰਟੈਰੋਗੇਟਿਵ ਸੈਂਟੈਂਸ ਆਪਾਂ ਇਹਦੇ ਵਿੱਚ ਕਿਵੇਂ ਬਣਾਵਾਂਗੇ ਕਿ ਜੇਕਰ ਵਾਕ ਹੀ ਸ਼ੀਟ ਨੇਮ ਵਾਲਾ, ਹੀ ਸ਼ੀਟ ਨੇਮ ਸਿੰਗੂਲਰ ਵਾਲਾ ਤਾਂ ਆਪਾਂ ਡਜ਼ ਵਾਕ ਦੇ ਸ਼ੁਰੂ ਵਿੱਚ ਪ੍ਰਯੋਗ ਕਰਾਂਗੇ। ਜੇ ਆਈ ਵੀ ਯੂ ਦੇ ਪਲੂਰਲ ਵਾਲਾ ਤਾਂ ਡੂ ਵਾਕ ਦੇ ਸ਼ੁਰੂ ਵਿੱਚ ਪ੍ਰਯੋਗ ਕਰਾਂਗੇ। ਹਾਂਜੀ ਆਪਾਂ ਡਜ਼ ਪਲੱਸ ਸਬਜੈਕਟ ਪਲੱਸ ਵੀ ਫਸਟ ਪਲੱਸ ਆਬਜੈਕਟ ਪਲੱਸ ਕੁਐਸਚਨ ਮਾਰਕ ਇਹਦੇ ਵਿੱਚ ਜ਼ਰੂਰ ਪ੍ਰਯੋਗ ਕਰਨਾ ਹੈ। ਜਿਵੇਂ ਇਸੇ ਸੈਂਟੈਂਸ ਨੂੰ ਆਪਾਂ ਬਣਾਉਣੇ ਆ ਕਿ ਕੀ ਉਹ ਸਕੂਲ ਜਾਂਦਾ ਹੈ, ਕੀ ਉਹ ਸਕੂਲ ਜਾਂਦਾ ਹੈ, ਤਾਂ ਆਪਾਂ ਸੈਂਟੈਂਸ ਕਿਵੇਂ ਬਣਾਵਾਂਗੇ? ਡਜ਼ ਹੀ ਗੋ ਟੂ ਸਕੂਲ, ਡਜ਼ ਹੀ ਗੋ ਟੂ ਸਕੂਲ। ਪਾਸਟ ਇੰਡੈਫੀਨਿਟ ਦੇ ਵਿੱਚ ਜੋ ਕਿਵੇਂ ਪ੍ਰਯੋਗ ਕਰਨਾ ਹੈ? ਸਬਜੈਕਟ ਪਲੱਸ ਸੌਰੀ ਆਪਾਂ ਇੰਟੈਰੋਗੇਟਿਵ ਸੈਂਟੈਂਸ ਬਣਾ ਰਹੇ ਹਾਂ ਤਾਂ ਆਪਾਂ ਡਿਡ ਵਾਕ ਦੇ ਸ਼ੁਰੂ ਵਿੱਚ ਪ੍ਰਯੋਗ ਕਰਾਂਗੇ। ਡਿਡ ਸਬਜੈਕਟ, ਉਸ ਤੋਂ ਬਾਅਦ ਵੀ ਫਸਟ, ਕੁਐਸਚਨ ਆਬਜੈਕਟ ਤੇ ਕੁਐਸਚਨ ਮਾਰਕ। ਹੁਣ ਆਪਾਂ ਕੀ ਉਹ ਸਕੂਲ ਜਾਂਦਾ ਸੀ, ਕੀ ਉਹ ਸਕੂਲ ਜਾਂਦਾ ਸੀ ਤਾਂ ਆਪਾਂ ਸੈਂਟੈਂਸ ਕਿਵੇਂ ਬਣਾਵਾਂਗੇ? ਡਿਡ ਹੀ ਗੋ ਟੂ ਸਕੂਲ, ਡਿਡ ਹੀ ਗੋ ਟੂ ਸਕੂਲ। ਹੁਣ ਆਪਾਂ ਜੋ ਫਿਊਚਰ ਇੰਡੈਫੀਨਿਟ ਦੇ ਵਿੱਚ ਹੈ ਇਹਦੇ ਵਿੱਚ ਆਪਾਂ ਕੀ ਕਰਨਾ ਹੈ? ਵਿਲ ਸ਼ੈਲ ਆਪਾਂ ਸਟਾਰਟਿੰਗ ਦੇ ਵਿੱਚ ਕੱਢ ਦੇਣਾ ਹੈ। ਜੇ ਵਿਲ ਲੱਗਿਆ ਤਾਂ ਵਿਲ, ਜੇ ਸ਼ੈਲ ਲੱਗਿਆ ਤਾਂ ਸ਼ੈਲ, ਉਸ ਤੋਂ ਬਾਅਦ ਸਬਜੈਕਟ, ਫਿਰ ਵੀ ਫਸਟ, ਫਿਰ ਆਬਜੈਕਟ, ਫਿਰ ਕੁਐਸਚਨ ਮਾਰਕ। ਹੁਣ ਆਪਣੇ ਕੋਲੇ ਵਾਕ ਹੋਵੇਗਾ ਕਿ ਉਹ ਸਕੂਲ ਜਾਵੇਗਾ, ਕਿ ਉਹ ਸਕੂਲ ਜਾਵੇਗਾ। ਵਿਲ ਹੀ ਗੋ ਟੂ ਸਕੂਲ, ਵਿਲ ਹੀ ਗੋ ਟੂ ਸਕੂਲ, ਮਗਰ ਕੀ ਲੱਗ ਗਿਆ? ਕੁਐਸਚਨ ਮਾਰਕ। ਡੀਅਰ ਸਟੂਡੈਂਟਸ, ਇਹ ਸੀ ਜੋ ਆਪਣੇ ਇੰਡੈਫੀਨਿਟ, ਪ੍ਰੈਜ਼ੈਂਟ ਇੰਡੈਫੀਨਿਟ, ਪਾਸਟ ਇੰਡੈਫੀਨਿਟ ਤੇ ਫਿਊਚਰ ਇੰਡੈਫੀਨਿਟ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੈਜ਼ੈਂਟ ਕੰਟੀਨਿਊਸ, ਪਾਸਟ ਕੰਟੀਨਿਊਸ ਤੇ ਫਿਊਚਰ ਕੰਟੀਨਿਊਸ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਦੀ ਪਹਿਚਾਣ ਦੱਸ ਦਈਏ ਕਿਉਂਕਿ ਅਸੀਂ ਸ਼ਾਰਟਕਟ ਚੱਲ ਰਹੇ ਹਾਂ ਤਾਂ ਕਿ ਤੁਹਾਨੂੰ ਜਲਦੀ ਸਮਝ ਆ ਸਕੇ। ਸਾਰੇ ਟੈਂਸਸ ਤੁਸੀਂ ਇਸੇ ਸ਼ਾਰਟਕਟ ਤਰੀਕੇ ਦੇ ਵਿੱਚ ਕਰ ਸਕੋ। ਇਹਨਾਂ ਦੀ ਪਹਿਚਾਣ ਕਿ ਵਾਕ ਦੇ ਪ੍ਰੈਜ਼ੈਂਟ ਕੰਟੀਨਿਊਸ ਦੀ ਵਾਕ ਦੇ ਅੰਤ ਵਿੱਚ ਰਿਹਾ ਹੈ, ਰਹੀ ਹੈ, ਰਹੇ ਹਨ ਆਦਿ ਲੱਗਾ ਹੁੰਦਾ ਹੈ ਤੇ ਜੋ ਪਾਸਟ ਕੰਟੀਨਿਊਸ ਹੈ ਇਸ ਦੇ ਵਿੱਚ ਰਿਹਾ ਸੀ, ਰਹੀ ਸੀ, ਰਹੇ ਹਨ, ਰਹੇ ਸਨ ਆਦਿ ਲੱਗਾ ਹੋਵੇਗਾ। ਤੇ ਜਿਹੜਾ ਫਿਊਚਰ ਕੰਟੀਨਿਊਸ ਹੈ ਇਹਦੇ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ ਆਦਿ ਲੱਗਾ ਹੋਵੇਗਾ। ਹੁਣ ਆਪਾਂ ਚੱਲਦੇ ਹਾਂ ਇਹਨਾਂ ਦੇ ਹੈਲਪਿੰਗ ਵਰਬ। ਪ੍ਰੈਜ਼ੈਂਟ ਕੰਟੀਨਿਊਸ ਦਾ ਹੈਲਪਿੰਗ ਵਰਬ ਕੀ ਹੈ ਆਪਣੇ ਕੋਲੇ? ਇਜ਼, ਐਮ, ਆਰ। ਹੀ ਸ਼ੀ ਇਟ ਨੇਮ ਸਿੰਗੂਲਰ ਦੇ ਨਾਲ ਇਜ਼, ਆਈ ਦੇ ਨਾਲ ਐਮ, ਯੂ ਵੀ ਦੇ ਪਲੂਰਲ ਦੇ ਨਾਲ ਆਰ। ਹਾਂਜੀ ਹੁਣ ਆਪਾਂ ਸੈਂਟੈਂਸ ਇਹਨਾਂ ਦਾ ਬਣਾਉਣਾ ਸ਼ੁਰੂ ਕਰ ਦਈਏ। ਸਭ ਤੋਂ ਪਹਿਲਾਂ ਆਪਣੇ ਕੋਲੇ ਉਹੀ ਸੈਂਟੈਂਸ ਦੇ ਉੱਤੇ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਕਿ ਉਹ ਸਕੂਲ ਜਾ ਰਿਹਾ ਹੈ, ਉਹ ਸਕੂਲ ਜਾ ਰਿਹਾ ਹੈ। ਆਪਾਂ ਇਹਦੀ ਸਿੱਧੀ ਇੰਗਲਿਸ਼ ਬਣਾ ਰਹੇ ਹਾਂ। ਆਪਣੇ ਕੋਲੇ ਜੋ ਲਿਖਣ ਦੇ ਵਿੱਚ ਆਪਾਂ ਪੰਜਾਬੀ ਲਿਖ ਨਹੀਂ ਰਹੇ, ਉਹ ਸਕੂਲ ਜਾ ਰਿਹਾ ਹੈ, ਇਸ ਦੀ ਇੰਗਲਿਸ਼ ਬਣਾ ਰਹੇ ਹਾਂ ਹੀ ਇਜ਼ ਨਾਟ ਗੋਇੰਗ ਟੂ ਸਕੂਲ। ਹਾਂਜੀ ਆਪਾਂ ਨਾਟ ਪਹਿਲਾਂ ਹੀ ਲਗਾਤਾ, ਨਾਟ ਵਾਲਾ ਆਪਾਂ ਬਾਅਦ ਕਰਾਂਗੇ। ਹੀ ਇਜ਼ ਗੋਇੰਗ ਟੂ ਸਕੂਲ,
ਉਹ ਸਕੂਲ ਜਾ ਰਿਹਾ ਹੈ। ਆਪਾਂ ਇਹਦਾ ਨਾਲ ਦੀ ਨਾਲ ਹੀ ਹੁਣ ਆਪਣੇ ਤੋਂ ਨੋਟ ਲਿਖਿਆ ਗਿਆ ਸੀ, ਇਸ ਕਰਕੇ ਨੈਗੇਟਿਵ ਸੈਂਟੈਂਸ ਜੋ ਇਹਦਾ ਨਾਲ ਦੀ ਨਾਲ ਹੀ ਬਣਾ ਰਹੇ ਹਾਂ ਆਪਾਂ ਕਿ ਉਹ ਸਕੂਲ ਨਹੀਂ ਜਾ ਰਿਹਾ ਹੈ। ਹੁਣ ਆਪਾਂ ਸੈਂਟੈਂਸ ਬਣਾ ਰਹੇ ਹਾਂ ਕਿ ਹੀ ਇਜ਼ ਨਾਟ ਗੋਇੰਗ ਟੂ ਸਕੂਲ। ਹੀ ਇਜ਼ ਨਾਟ ਗੋਇੰਗ ਟੂ ਸਕੂਲ। ਹੁਣ ਆਪਾਂ ਇਹਨੂੰ ਕੁਐਸਚਨ ਮਾਰਕ ਵੀ ਨਾਲ ਦੀ ਨਾਲ ਹੀ ਬਣਾ ਦਈਏ, ਇੰਟੈਰੋਗੇਟਿਵ ਵੀ ਇਸ ਦਾ ਨਾਲ ਦੀ ਬਣਾ ਦਈਏ ਤਾਂ ਕਿ ਆਪਣਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਆਪਾਂ ਪੂਰਾ ਕਰਕੇ ਅੱਗੇ ਪਾਸਟ ਵੱਲ ਜਾ ਸਕੀਏ। ਦੇਖੋ ਤੁਸੀਂ ਇੰਟੈਰੋਗੇਟਿਵ ਸੈਂਟੈਂਸ ਬਣਾਉਣਾ ਬਿਲਕੁਲ ਆਸਾਨ ਹੁੰਦਾ ਹੈ ਕਿ ਤੁਸੀਂ ਹੈਲਪਿੰਗ ਵਰਬ ਚੱਕ ਕੇ ਵਾਕ ਦੇ ਸ਼ੁਰੂ ਵਿੱਚ ਲੈ ਆਓ। ਜਿਵੇਂ ਕਿ ਹੀ ਇਜ਼ ਗੋਇੰਗ ਟੂ ਸਕੂਲ, ਇਸ ਵਾਕ ਦੇ ਸ਼ੁਰੂ ਵਿੱਚ ਲੈ ਕੇ ਆਵਾਂਗੇ ਤਾਂ ਆਈ ਆਪਾਂ ਕੈਪੀਟਲ ਕਰ ਦਿਆਂਗੇ, ਤੇ ਜਦੋਂ ਹੀ ਦਾ ਐਚ ਜਿਹੜਾ ਉਹ ਸਮਾਲ ਕਰ ਦੇਣਾ ਹੈ। ਇਜ਼ ਹੀ ਗੋਇੰਗ ਟੂ ਸਕੂਲ, ਇਜ਼ ਹੀ ਗੋਇੰਗ ਟੂ ਸਕੂਲ, ਪਿੱਛੇ ਕੁਐਸਚਨ ਮਾਰਕ ਲਾਉਣਾ ਨਹੀਂ ਭੁੱਲਣਾ। ਹੁਣ ਆਪਾਂ ਚੱਲਦੇ ਹਾਂ ਪਾਸਟ ਕੰਟੀਨਿਊਸ ਟੈਂਸ ਵੱਲ। ਪਾਸਟ ਕੰਟੀਨਿਊਸ ਦੀ ਪਹਿਚਾਣ ਪਹਿਲਾਂ ਦੱਸ ਚੁੱਕੇ ਹਾਂ, ਰਿਹਾ ਸੀ, ਰਹੀ ਸੀ, ਰਹੇ ਸਨ ਆਦਿ ਹੋਵੇਗੀ। ਹੁਣ ਇਹਦੇ ਵਿੱਚ ਆਪਾਂ ਵਾਸ ਤੇ ਵਰ ਦਾ ਪ੍ਰਯੋਗ ਕਿਸ ਤਰ੍ਹਾਂ ਕਰਨਾ ਹੈ। ਹੀ, ਸ਼ੀ, ਇਟ, ਨੇਮ ਸਿੰਗੂਲਰ ਤੇ ਆਈ, ਇਹਦੇ ਨਾਲ ਆਪਾਂ ਵਾਸ ਦਾ ਪ੍ਰਯੋਗ ਕਰਨਾ ਹੈ। ਯੂ, ਵੀ, ਦੇ ਪਲੂਰਲ, ਇਹਨਾਂ ਦੇ ਨਾਲ ਆਪਾਂ ਵਰ ਦਾ ਪ੍ਰਯੋਗ ਕਰਨਾ ਹੈ। ਹੁਣ ਆਪਾਂ ਸੈਂਟੈਂਸ ਆਪਾਂ ਇਹਦਾ ਬਣਾਉਣੇ ਆ। ਸੈਂਟੈਂਸ ਆਪਾਂ ਕੀ ਬਣਾਉਣੇ ਆ ਕਿ ਉਹ ਸਕੂਲ ਜਾ ਰਿਹਾ ਸੀ। ਹੀ ਵਾਸ ਗੋਇੰਗ ਟੂ ਸਕੂਲ, ਉਹ ਸਕੂਲ ਜਾ ਰਿਹਾ ਸੀ। ਹੀ ਵਾਸ ਗੋਇੰਗ ਟੂ ਸਕੂਲ। ਹੁਣ ਜੇ ਆਪਾਂ ਨੈਗੇਟਿਵ ਸੈਂਟੈਂਸ ਬਣਾਉਣਾ ਹੋਵੇ, ਹੁਣ ਤੱਕ ਤੁਸੀਂ ਇਹ ਅੰਡਰਸਟੈਂਡ ਕਰ ਚੁੱਕੇ ਹੋਵੋਗੇ ਕਿ ਹੈਲਪਿੰਗ ਵਰਬ ਦੇ ਮਗਰ ਬਿਲਕੁਲ ਕੀ ਲਗਾ ਦੇਣਾ ਹੈ, ਨਾਟ ਲਗਾ ਦੇਣਾ ਹੈ। ਉਹ ਸਕੂਲ ਨਹੀਂ ਜਾ ਰਿਹਾ ਸੀ। ਹੀ ਵਾਸ ਨਾਟ ਗੋਇੰਗ ਟੂ ਸਕੂਲ, ਹੀ ਵਾਸ ਨਾਟ ਗੋਇੰਗ ਟੂ ਸਕੂਲ। ਹੁਣ ਗੱਲ ਕਰਦੇ ਹਾਂ ਪ੍ਰਸ਼ਨਵਾਚੀ। ਪ੍ਰਸ਼ਨਵਾਚੀ ਸੈਂਟੈਂਸ ਕਿ ਵਾਸ ਚੱਕ ਕੇ ਵਾਕ ਦੇ ਸ਼ੁਰੂ ਵਿੱਚ। ਵਾਸ ਹੀ ਗੋਇੰਗ ਟੂ ਸਕੂਲ। ਹਾਂਜੀ, ਪਿੱਛੇ ਕੀ ਲਗਾਉਣਾ ਹੈ? ਬਿਲਕੁਲ ਸਹੀ ਤੁਸੀਂ ਉੱਤਰ ਦਿੱਤਾ, ਪਿੱਛੇ ਕੁਐਸਚਨ ਮਾਰਕ ਜ਼ਰੂਰ ਲਗਾਉਣਾ ਹੈ। ਹੁਣ ਆਪਾਂ ਫਿਊਚਰ ਕੰਟੀਨਿਊਸ ਦੀ ਗੱਲ ਕਰਦੇ ਹਾਂ ਕਿ ਫਿਊਚਰ ਕੰਟੀਨਿਊਸ ਦੇ ਵਿੱਚ ਆਪਾਂ ਵਾਕ ਦੇ ਅੰਤ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ ਆਦਿ ਹੁੰਦਾ ਹੈ। ਇਹਦਾ ਹੈਲਪਿੰਗ ਵਰਬ ਕੀ ਹੈ? ਵਿਲ ਬੀ ਤੇ ਸ਼ੈਲ ਬੀ। ਹੁਣ ਆਪਾਂ ਸੈਂਟੈਂਸ ਆਪਣੇ ਕੋਲ ਹੈ ਕਿ ਉਹ ਸਕੂਲ ਜਾ ਰਿਹਾ ਹੋਵੇਗਾ। ਉਹ ਸਕੂਲ ਜਾ ਰਿਹਾ ਹੋਵੇਗਾ ਤਾਂ ਆਪਾਂ ਸੈਂਟੈਂਸ ਕਿਵੇਂ ਬਣਾਉਣਾ ਹੈ? ਹੀ ਵਿਲ ਬੀ ਗੋਇੰਗ ਟੂ ਸਕੂਲ। ਉਹ ਸਕੂਲ ਜਾ ਰਿਹਾ ਹੋਵੇਗਾ, ਹੀ ਵਿਲ ਬੀ ਗੋਇੰਗ ਟੂ ਸਕੂਲ। ਹੁਣ ਨੈਗੇਟਿਵ ਸੈਂਟੈਂਸ ਬਣਾਉਣ ਵੇਲੇ ਥੋੜ੍ਹਾ ਧਿਆਨ ਰੱਖਣਾ ਹੈ ਕਿ ਉਹ ਸਕੂਲ ਨਹੀਂ ਜਾ ਰਿਹਾ ਹੋਵੇਗਾ। ਹੁਣ ਆਪਾਂ ਪਹਿਲਾਂ ਜੋ ਸੀ ਆਪਾਂ ਹੈਲਪਿੰਗ ਵਰਬ ਦੇ ਮਗਰਲੇ ਪਾਸੇ ਨੋਟ ਲਗਾ ਦਿੰਦੇ ਸੀ, ਪਰ ਹੁਣ ਇਹ ਧਿਆਨ ਰੱਖਣਾ ਹੈ ਕਿ ਆਪਾਂ ਹੈਲਪਿੰਗ ਵਰਬ ਜੋ ਵਿਲ ਬੀ ਜਾਂ ਸ਼ੈਲ ਬੀ ਹੈ ਇਹਦੇ ਵਿਚਕਾਰ ਕਰਕੇ ਨੋਟ ਲਗਾਉਣਾ ਹੈ। ਵਿਲ ਨਾਟ ਬੀ, ਹੀ ਵਿਲ ਨਾਟ ਬੀ ਗੋਇੰਗ ਟੂ ਸਕੂਲ, he will not be going to school। ਇੰਟੈਰੋਗੇਟਿਵ ਸੈਂਟੈਂਸ ਵੇਲੇ ਵੀ ਪੂਰਾ ਧਿਆਨ ਰੱਖਣਾ ਹੈ ਕਿ ਇੰਟੈਰੋਗੇਟਿਵ ਸੈਂਟੈਂਸ ਵੇਲੇ ਕੱਲਾ ਵਿਲ ਜਾਂ ਸ਼ੈਲ ਬਾਹਰ ਚੱਕਣਾ ਹੈ, ਬੀ ਉੱਥੇ ਪਿਆ ਰਹੇਗਾ। ਜਿਵੇਂ ਕੀ ਉਹ ਸਕੂਲ ਜਾ ਰਿਹਾ ਹੋਵੇਗਾ ਤਾਂ ਆਪਾਂ ਸਿਰਫ ਵਿਲ ਚੱਕ ਕੇ ਵਾਕ ਦੇ ਸ਼ੁਰੂ ਵਿੱਚ ਲੈ ਕੇ ਆਉਣਾ ਹੈ। ਵਿਲ ਹੀ ਬੀ ਗੋਇੰਗ ਟੂ ਸਕੂਲ। ਹਾਂਜੀ, ਹੁਣ ਆਪਾਂ ਟੈਂਸਿਸ ਦੇ ਜੋ ਪਰਫੈਕਟ ਰੂਪ ਨੇ ਉਹਨਾਂ ਦੀ ਗੱਲ ਕਰਦੇ ਹਾਂ। ਪ੍ਰੈਜ਼ੈਂਟ ਪਰਫੈਕਟ, ਪਾਸਟ ਪਰਫੈਕਟ ਤੇ ਫਿਊਚਰ ਪਰਫੈਕਟ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰੈਜ਼ੈਂਟ ਪਰਫੈਕਟ ਦੀ। ਤੁਹਾਨੂੰ ਇਸ ਦੀ ਪਹਿਚਾਣ ਦੱਸ ਦਈਏ ਕਿ ਵਾਕ ਦੇ ਅੰਤ ਵਿੱਚ ਚੁੱਕਾ ਹੋਵੇਗਾ, ਚੁੱਕੀ ਹੋਵੇਗੀ, ਯਾਨੀ ਕਿ ਕੰਮ ਪੂਰਾ ਹੋ ਗਿਆ ਹੋਵੇਗਾ। ਉਸ ਜੋ ਸੈਂਟੈਂਸ ਹੋਣਗੇ ਪ੍ਰੈਜ਼ੈਂਟ ਪਰਫੈਕਟ ਦੇ ਹੋਣਗੇ ਉਹ ਸੈਂਟੈਂਸਿਸ, ਉਹਨਾਂ ਨੂੰ ਆਪਾਂ ਬਣਾਉਣਾ ਕਿਵੇਂ ਹੈ? ਇਸ ਦੇ ਵਿੱਚ ਹੈਲਪਿੰਗ ਵਰਬ ਜੋ ਹੈ ਹੈਜ਼, ਹੈਵ ਤੇ V3 ਯਾਨੀ ਕਿ ਵਰਬ ਦੀ ਤੀਜੀ ਫਾਰਮ ਦੀ ਵਰਤੋਂ ਕਰਨੀ ਹੈ। ਹਾਂਜੀ, ਹੈਜ਼ ਹੀ, ਸ਼ੀ, ਇਟ, ਨੇਮ ਸਿੰਗੂਲਰ ਦੇ ਨਾਲ ਹੈਜ਼ ਦਾ ਪ੍ਰਯੋਗ, ਆਈ, ਵੀ, ਯੂ ਦੇ ਪਲੂਰਲ ਦੇ ਨਾਲ ਹੈਵ ਦਾ ਪ੍ਰਯੋਗ ਕਰਨਾ ਹੈ। ਸਭ ਤੋਂ ਪਹਿਲਾਂ ਜਿਵੇਂ ਆਪਣੇ ਕੋਲ ਇੱਕ ਸੈਂਟੈਂਸ ਹੈ, ਪਹਿਲਾਂ ਅਸੀਂ ਸਕੂਲ ਵਾਲਾ ਵਾਕ ਹੀ ਲੈ ਰਹੇ ਸੀ, ਪਰ ਨਹੀਂ, ਹੁਣ ਆਪਾਂ ਇੱਕ ਸੈਂਟੈਂਸ ਚੇਂਜ ਕਰਕੇ ਲੈ ਰਹੇ ਹਾਂ ਕਿ ਅਸੀਂ ਮੈਚ ਜਿੱਤ ਚੁੱਕੇ ਹਾਂ।
ਅਸੀਂ ਮੈਚ ਜਿੱਤ ਚੁੱਕੇ ਹਾਂ। ਇਸ ਵਾਕ ਨੂੰ ਆਪਾਂ ਬਣਾ ਰਹੇ ਹਾਂ we have, हाँ जी, पहली फॉर्म win, won, won, we have won the match, ਅਸੀਂ मैच जित चुके हाँ, we have won the match, थर्ड फॉर्म का प्रयोग करना है। हुण आपां इहदा नैगेटिव सेंटेंस बनाइए कि ਅਸੀਂ मैच नहीं जित चुके हाँ, we have not won the मैच। ਹੁਣ ਆਪਾਂ ਇਸ ਦੇ ਇੰਟੈਰੋਗੇਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਇੰਟੈਰੋਗੇਟਿਵ ਸੈਂਟੈਂਸ ਪਹਿਲਾਂ ਵੀ ਆਪਾਂ ਟੈਂਸਸ ਦੇ ਵਿੱਚ ਦੱਸਿਆ ਤੁਹਾਨੂੰ ਕਿ ਬਿਲਕੁਲ ਆਸਾਨ ਹੈ। ਆਪਾਂ ਹੈਵ ਚੱਕ ਕੇ ਸਟਾਰਟਿੰਗ ਦੇ ਵਿੱਚ ਲਾ ਦੇਣਾ ਹੈ। ਹੈਵ ਵੀ ਵੌਨ ਦਾ मैच, हैव वी वॉन द मैच, पिछे क्वेश्चन मार्क लगा देना है। हुण आपां गल करते हैं पास्ट परफेक्ट टेंस की। सब तो पहले दी पहचान कि वाक के अंत विच चुका सी, चुका, चुके सी, चुके सन, चुकियां सन आदि, यानी कि आ सी, ए सी, ता सी, ती सी, ते सन, काफ़ी सारी ये पहचान है। यानी कि काम खत्म हो गया सी बीते समय दे विच। जिवें कि अपने कोल सेंटेंस पहला आपां लिया सी कि हुण आपां सेंटेंस ले रहे हैं असी मैच जित चुके सी, असी मैच जित चुके सी, तो आपां की प्रयोग करांगे वी हैड, थर्ड फॉर्म, इहदे विच भी हैड प्लस V3 है, यानी कि वर्ब की थर्ड फॉर्म। वी हैड वॉन द मैच। हुण जे आपां इसदा नैगेटिव सेंटेंस बनाउणा होवे कि असी मैच नहीं जित चुके सी, असी मैच नहीं जित चुके सी, वी हैड, हेल्पिंग वर्ब तो मगले पासे की लगाते हैं, नॉट वॉन द मैच। हुण प्रश्नवाची जो इहदा इंटैरोगेटिव सेंटेंस है वह की करना है, आपां हैड वाक दे शुरू विच लगा देना है कि असी मैच जित चुके सी, हैड वी वॉन द मैच, क्वेश्चन मार्क। हुण आपां फ्यूचर परफेक्ट की गल करते हैं। विल हैव तो शैल हैव का इस प्रयोग होंदा है। इसकी पहचान चुका होवेगा, चुकी होवेगी, आ होवेगा, ई होवेगी, ता होवेगा, ती होवेगी, इस तरह की पहचान यदि होवेगी फ्यूचर परफेक्ट की। ये आपां हैल्पिंग वर्ब विल हैव तो शैल हैव का प्रयोग करके तो वी थर्ड वर्ब की तीजी फार्म का प्रयोग कर देना है। इस दे विच आपां जिवें सेंटेंस उही लै रहे हैं कि असी मैच जित चुके होवांगे, असी मैच जित चुके होवांगे। आपां असी वाला सेंटेंस वी दे नाल हुण आपां जिहड़ा आई वी दे नाल शैल का प्रयोग करते हैं, बाकी आम तौर पर विल का प्रयोग करते हैं। वी शैल हैव वॉन द मैच, वी शैल हैव वॉन द मैच। हाँ जी, हुण आपां इहदा नैगेटिव सेंटेंस कि असी मैच नहीं जित चुके होवांगे, असी मैच नहीं जित चुके होवांगे, वी शैल नॉट हैव वॉन द मैच। हाँ जी, ये ध्यान रखना है कि आपां जो नॉट है विल हैव ਜਾਂ शैल हैव ਜਿਹੜਾ ਉਹਦਾ ਪ੍ਰਯੋਗ ਕਰ ਰਹੇ ਹਾਂ, ਇਹਦੇ ਵਿਚਕਾਰ ਕਰਕੇ ਨੋਟ ਲਗਾਉਣਾ ਹੈ। ਹੁਣ ਆਪਾਂ ਇੰਟੈਰੋਗੇਟਿਵ ਸੈਂਟੈਂਸ ਦੀ ਗੱਲ ਵੀ ਇਹਦੇ ਨਾਲ ਹੀ ਕਰ ਲੈਂਦੇ ਹਾਂ ਕਿ ਆਪਾਂ ਜੋ ਸ਼ੈਲ ਜਾਂ ਵਿਲ ਲੱਗਿਆ ਹੋਵੇ ਤਾਂ ਵਿਲ ਬਾਹਰ ਕੱਢ ਦੇਣਾ ਹੈ, ਸ਼ੈਲ ਲੱਗਿਆ ਤੇ ਸ਼ੈਲ ਬਾਹਰ ਕੱਢ ਦੇਣਾ, ਹੈਵ ਨੂੰ ਨਹੀਂ ਛੇੜਨਾ, ਹੈਵ ਉੱਥੇ ਹੀ ਪਿਆ ਰਹੇਗਾ। ਹਾਂਜੀ, ਹੁਣ ਜਿਵੇਂ ਆਪਾਂ ਕੀ ਅਸੀਂ ਮੈਚ ਜਿੱਤ ਚੁੱਕੇ ਹੋਵਾਂਗੇ, ਕੀ ਅਸੀਂ ਮੈਚ ਜਿੱਤ ਚੁੱਕੇ ਹੋਵਾਂਗੇ, ਤਾਂ ਇਹ ਸੈਂਟੈਂਸ ਦੇ ਵਿੱਚ ਆਪਾਂ ਕੀ ਸਿਰਫ ਕਰ ਰਹੇ ਹਾਂ, ਸ਼ੈਲ ਆਪਾਂ ਸੈਂਟੈਂਸ ਦੇ ਸ਼ੁਰੂ ਵਿੱਚ ਲਾ ਰਹੇ ਹਾਂ। ਸ਼ੈਲ ਵੀ have, shall we have won the match, question mark। डियर स्टूडेंट्स, तुसी देखिया पास्ट परफेक्ट लिखिया, सोच रहे होवोगे कि पास्ट परफेक्ट टेंस तो सर पहले करवा चुके हैं तो हुण पास्ट परफेक्ट क्यों लिखिया है। पास्ट परफेक्ट टेंस के आपां जो तुहानूं वाक करवा चुके हैं, सिंपल, नैगेटिव, इंटैरोगेटिव, जो असी विस्तार विच वीडियोज़ पाइयां ने अपने टेंसेस दियां, पास्ट परफेक्ट टेंस की वीडियो पाई सी, उस दे विच असी ये प्रॉमिस कीता सी कि इस दे जो मिश्रित वाक ने
ਉਹ ਤੁਹਾਨੂੰ ਨੈਕਸਟ ਕਿਸੇ ਵੀਡੀਓ ਵਿੱਚ ਦੱਸਾਂਗੇ। ਤੇ ਸੋ ਅੱਜ ਆਈਲੈਟਸ ਨਾਲ ਸੰਬੰਧਿਤ ਇਹ ਵੀਡੀਓਜ਼ ਬਣ ਰਹੀ ਹੈ, ਇਸ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਤਾਂ ਇਹ ਸੈਂਟੈਂਸਿਸ ਦੀ ਜ਼ਰੂਰਤ ਪੈ ਸਕਦੀ ਹੈ। ਇਸ ਕਰਕੇ ਅਸੀਂ ਇਹਦੇ ਮਿਸ਼ਰਤ ਵਾਕ ਦੀ ਅੱਜ ਗੱਲ ਕਰਦੇ ਹਾਂ। ਪਾਸਟ ਪਰਫੈਕਟ ਦੇ ਵਿੱਚ ਕੁਝ ਮਿਸ਼ਰਤ ਵਾਕ ਹੋਇਆ ਕਰਦੇ ਨੇ ਕਿ ਜਿਵੇਂ ਕਿ ਆਪਾਂ ਪੰਜਾਬੀ ਦੇ ਵਿੱਚ ਇਹ ਲਿਖਣਾ ਜ਼ਰੂਰੀ ਹੈ ਕਿ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ, ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ, ਪਹਿਲਾਂ ਰੋਗੀ ਮਰ ਚੁੱਕਾ ਸੀ। ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ। ਹੁਣ ਆਪਾਂ ਇਸ ਸੈਂਟੈਂਸ ਦੀ ਥੋੜਾ ਜਿਹਾ ਧਿਆਨ ਨਾਲ ਸਮਝਣ ਦੀ ਲੋੜ ਹੈ, ਔਖਾ ਨਹੀਂ ਹੈ ਸੈਂਟੈਂਸ, ਲੰਬਾ ਸੈਂਟੈਂਸ ਜ਼ਰੂਰ ਹੈ। ਸਭ ਤੋਂ ਪਹਿਲਾਂ ਆਪਾਂ ਇਸ ਦਾ ਜੋ ਮਗਰਲਾ ਹਿੱਸਾ ਹੈ ਰੋਗੀ ਮਰ ਚੁੱਕਾ ਸੀ, ਇਸ ਤਰ੍ਹਾਂ ਦੇ ਸੈਂਟੈਂਸ ਤਾਂ ਤੁਸੀਂ ਪਾਸਟ ਪਰਫੈਕਟ ਦੇ ਵਿੱਚ ਬਣਾਉਂਦੇ ਰਹੇ ਹੋ, ਆਪਾਂ ਉਹੀ ਬਣਾ ਲੈਂਦੇ ਹਾਂ ਸਭ ਤੋਂ ਪਹਿਲਾਂ ਕਿ ਰੋਗੀ ਮਰ ਚੁੱਕਾ ਸੀ। The patient had died। हाँ जी, ਹੁਣ ਪਹਿਲਾਂ ਦੀ ਇੰਗਲਿਸ਼ ਬਿਫੋਰ, ਪਹਿਲਾਂ ਦੀ ਇੰਗਲਿਸ਼ ਬਿਫੋਰ ਦ ਪੇਸ਼ੈਂਟ ਹੈਡ ਡਾਈਡ ਬਿਫੋਰ, ਇੰਨਾ ਸੈਂਟੈਂਸ ਆਪਣਾ ਬਣ ਚੁੱਕਿਆ। ਹੁਣ ਜਿਹੜਾ ਮੂਰਲਾ ਹਿੱਸਾ ਹੈ ਇਹ ਆਪਾਂ ਬਾਅਦ ਵਿੱਚ ਬਣਾਉਣਾ ਹੈ ਡਾਕਟਰ ਦੇ ਪਹੁੰਚਣ ਤੋਂ। ਹਾਂਜੀ, ਇਹ ਕਿਹੜੇ ਟੈਂਸ ਦੇ ਵਿੱਚ ਬਣਾਉਣਾ ਹੈ? ਇਹ ਆਪਾਂ ਪਾਸਟ ਇੰਡੈਫੀਨਿਟ ਟੈਂਸ ਦੇ ਵਿੱਚ ਬਣਾਉਣਾ ਹੈ। ਜਿਹੜਾ ਡਾਕਟਰ ਦੇ ਪਹੁੰਚਣ ਤੋਂ ਵਾਲਾ ਹਿੱਸਾ ਹੈ ਇਹ ਕਾਹਦੇ ਵਿੱਚ ਬਣਾਉਣਾ ਹੈ? ਆਪਾਂ ਪਾਸਟ ਇੰਡੈਫੀਨਿਟ ਟੈਂਸ, ਜੋ ਆਪਣਾ ਪਹਿਲਾ ਟੈਂਸ ਸੀ ਉਸ ਦੇ ਵਿੱਚ, ਪੰਜਵਾਂ ਟੈਂਸ ਸੀ ਪਾਸਟ ਇੰਡੈਫੀਨਿਟ, ਉਸ ਦੇ ਵਿੱਚ ਬਣਾਉਣਾ ਹੈ। ਦ ਪੇਸ਼ੈਂਟ ਹੈਡ ਡਾਈਡ ਬਿਫੋਰ ਦ ਡਾਕਟਰ ਦੇ ਪਹੁੰਚਣ, यानी कि केम, डॉक्टर दे आउण तो पहला, चाहे रीच्ड ला लो तुसी, जो मर्जी तुसी, जे पहुंचण तो पहला द डॉक्टर रीच्ड, जे आउण तो पहला तो केम ला सकते हो, सैकेंड फॉर्म का प्रयोग करना है। हाँ जी, इस तरह जिमें पास्ट परफैक्ट दे विच मिश्रित वाक होया करते हैं, दो टेंसेस का प्रयोग होंदा। इस तरह फ्यूचर परफैक्ट दे विच भी मिश्रित वाक होया करते हैं जिहदे विच दो टेंसेस का आपां प्रयोग करना हुंदा है। जिमें अपने को एक सेंटेंस है कि राम दे आउण तो पहला वो गीत गा चुके होणगे, वो गीत गा चुके होणगे। हाँ जी, पहला शब्द आ ये दो ਵੱਖ-ਵੱਖ हिस्सों में वाक नूं कर रहे हैं। उस तरह ही आपां पहला इस पार्ट नूं मगरले पार्ट नूं चक के पहला बनावांगे, वो गीत गा चुके होणगे। आपां स्टार्ट कर रहे हैं, वो गीत गा चुके होणगे। दे विल हैव संग सॉन्ग। हाँ जी, पहला दी इंग्लिश बिफोर, वो गीत गा चुके होंगे, क्योंकि आ हिस्सा आप फ्यूचर परफैक्ट दा विच ही बनाना है। वो गीत गा चुके होंगे आप फ्यूचर परफैक्ट ही बनाता। दे विल हैव संग सॉन्ग, फिर आप पहला दी इंग्लिश बिफोर लाती, हुण रह गया आ हिस्सा राम दे आउण तो। हाँ जी, हुण तुसीं हैरान होवोगे कि ये हिस्से नूं आपां प्रेजेंट इंडेफिनेट, जो प्रेजेंट इंडेफिनेट टेंस आ उस दे विच बनाउणागा। प्रेजेंट इंडेफिनेट का प्रयोग होगा। दे विल हैव संग सॉन्ग बिफोर, हाँ जी, राम कम्स, हाँ जी, हुण आपां गल करते हैं कि प्रेजेंट परफेक्ट कंटीन्यूअस टेंस। प्रेजेंट परफेक्ट कंटीन्यूअस दे विच आपां हैज़ बीन ते हैव बीन का प्रयोग करांगे। तरीका इहदा की है? सिंपल, सब्जैक्ट ला के फिर हैज़ बीन या हैव बीन, फिर वर्ब की फर्स्ट फॉर्म, फिर ING, फिर ऑब्जैक्ट, सिंस या फॉर, फिर समा। हुण आपां एक सेंटेंस बना रहे हैं कि मैं इस किताब नूं सवेर तो पढ़ रहा हाँ। हाँ जी, मैं, आई हैव बीन, पढ़न दी रीड, नाल ING लाता, आई हैव बीन रीडिंग। हुण ऑब्जैक्ट की है? इस किताब, दिस बुक, सिंस मॉर्निंग, आई हैव बीन रीडिंग दिस बुक सिंस मॉर्निंग। हुण तुहाडे दिमाग विच एक क्वेश्चन आ रहा होगा कि जो सिंस ते फॉर है, सिंस ते फॉर का प्रयोग किस तरह करना है। साडी जो पहला टेंसेस की वीडियो है उस विस्तार में लिख के समझाया गया कि सिंस कित्थे लगना है ते फॉर कित्थे लिखना।
ਫਿਰ ਵੀ ਦੱਸ ਦਿਓ ਨਿਸ਼ਚਿਤ ਸਮੇਂ ਵਿੱਚ ਸਿੰਸ ਤੇ ਅਨਿਸ਼ਚਿਤ ਸਮੇਂ ਵਿੱਚ ਫਾਰ। ਡਿਟੇਲ ਜਾਣਨ ਦੇ ਲਈ ਉਸ ਵੀਡੀਓ ਨੂੰ ਤੁਸੀਂ ਦੇਖ ਲਓ। ਹਾਂਜੀ, ਹੁਣ ਆਪਾਂ ਨੈਗੇਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਕਿ ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਿਹਾ ਹਾਂ। ਮੈਂ ਇਸ ਕਿਤਾਬ ਨੂੰ ਸਵੇਰ ਤੋਂ ਨਹੀਂ ਪੜ੍ਹ ਰਿਹਾ ਹਾਂ। ਜੇ ਆਪਾਂ ਨੈਗੇਟਿਵ ਕਰ ਦਈਏ ਕਿ ਨਹੀਂ ਪੜ੍ਹ ਰਿਹਾ ਹਾਂ ਤਾਂ ਆਪਾਂ ਨੋਟ ਕਿੱਥੇ ਲਗਾਉਣਾ ਇਹ ਦੇਖ ਲਓ ਤੁਸੀਂ। ਆਈ ਹੈਵ ਨੋਟ, ਆਪਾਂ ਨੋਟ ਇੱਥੇ ਲਗਾ ਦੇਣਾ ਹੈ। ਆਈ ਹੈਵ ਨੋਟ ਬੀਨ ਰੀਡਿੰਗ ਦਿਸ ਬੁੱਕ ਸਿੰਸ ਮੋਰਨਿੰਗ। ਹੁਣ ਆਪਾਂ ਇਸ ਦੇ ਇੰਟੈਰੋਗੇਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਕਿ ਕੀ ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਿਹਾ ਹਾਂ, ਪਿੱਛੇ ਕੁਐਸਚਨ ਮਾਰਕ। ਹਾਂਜੀ, ਆਪਾਂ ਕੀ ਕੀਤਾ, ਸਿਰਫ ਹੈਜ਼ ਜਾਂ ਹੈਵ ਜੋ ਲੱਗਿਆ ਹੋਵੇ, ਇਹਦੇ ਵਿੱਚ ਹੈਵ ਲੱਗਿਆ ਸੀ ਤਾਂ ਆਪਾਂ ਹੈਵ ਵਾਕ ਦੇ ਸ਼ੁਰੂ ਵਿੱਚ ਕੱਢ ਦਿੱਤਾ, ਹੈਵ ਸ਼ੁਰੂ ਵਿੱਚ ਲਗਾ ਦਿੱਤਾ ਤੇ ਬੀਨ ਉੱਥੇ ਹੀ ਪਿਆ ਰਿਹਾ। ਹੈਵ ਆਈ ਬੀਨ ਰੀਡਿੰਗ ਦਿਸ ਬੁੱਕ ਸਿੰਸ ਮੋਰਨਿੰਗ, ਪਿੱਛੇ ਕੁਐਸਚਨ ਮਾਰਕ। ਹਾਂਜੀ, ਹੁਣ ਆਪਾਂ ਪਾਸਟ ਪਰਫੈਕਟ ਕੰਟੀਨਿਊਸ ਦੀ ਗੱਲ ਕਰਦੇ ਹਾਂ ਕਿ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਜੋ ਆਪਾਂ ਪਹਿਚਾਨ ਦੀ ਗੱਲ ਕਰੀਏ ਕਿ ਜੋ ਆਪਣੇ ਪਹਿਲਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ ਪਹਿਚਾਨ ਸੀ ਉਹ ਤੋਂ ਰਿਹਾ ਹੈ, ਤੋਂ ਰਿਹਾ ਰਹੀ ਹੈ, ਤੋਂ ਰਹੇ ਹਨ, ਤੋਂ ਰਹੀਆਂ ਹਨ ਆਦਿ ਹੁੰਦਾ ਹੈ। ਤੇ ਪਰ ਇਹਦੀ ਪਹਿਚਾਨ ਦੇ ਵਿੱਚ ਕੀ ਹੈ, ਤੋਂ ਰਿਹਾ ਸੀ, ਤੋਂ ਰਹੀ ਸੀ, ਤੋਂ ਰਹੇ ਸਨ, ਤੋਂ ਰਹੀਆਂ ਸਨ ਆਦਿ ਲੱਗਾ ਹੁੰਦਾ ਹੈ। ਤੋਂ ਮੀਨਸ ਵੀ ਉਹਦੇ ਵਿੱਚ ਸਮਾਂ ਹੁੰਦਾ ਹੈ ਕਿ ਇੰਨੇ ਸਮੇਂ ਤੋਂ ਇਹ ਕੰਮ ਹੋ ਰਿਹਾ ਸੀ। ਹਾਂਜੀ, ਹੁਣ ਆਪਾਂ ਇਸ ਦੇ ਜੋ ਹੈਲਪਿੰਗ ਵਰਬ ਹੈਡ ਬੀਨ ਹੈ, ਤਰੀਕਾ ਸਿੰਪਲ ਕੀ ਹੈ, ਪਹਿਲਾਂ ਸਬਜੈਕਟ ਲਾ ਦਿਓ, ਫਿਰ ਹੈਡ ਬੀਨ, ਵਰਬ ਦੀ ਫਸਟ ਫਾਰਮ ING, ਆਬਜੈਕਟ ਸਿੰਸ ਜਾਂ ਫਾਰ, ਫਿਰ ਟਾਈਮ ਯਾਨੀ ਕਿ ਸਮਾਂ ਜੋ ਹੈ ਉਹਦੇ ਵਿੱਚ ਉਹ ਲਗਾ ਦਿਓ। ਜਿਵੇਂ ਇੱਕ ਸੈਂਟੈਂਸ, ਉਹੀ ਸੈਂਟੈਂਸ 'ਤੇ ਆਪਾਂ ਬਾਰ-ਬਾਰ ਪ੍ਰੈਕਟਿਸ ਕਰਦੇ ਹਾਂ ਤਾਂ ਇਹ ਸੈਂਟੈਂਸ ਸੇਮ ਉਹੀ ਰੱਖਦੇ ਹਾਂ ਕਿ ਤਾਂ ਕਿ ਤੁਹਾਨੂੰ ਉਹਨਾਂ ਦਾ ਡਿਫਰੈਂਟ ਪਤਾ ਲੱਗ ਸਕੇ ਕਿ ਕਿੱਥੇ ਕੀ ਪ੍ਰਯੋਗ ਕਰਨਾ। ਜਿਵੇਂ ਉਹੀ ਸੈਂਟੈਂਸ ਦੇ ਉੱਤੇ ਆਪਾਂ ਬਾਰ-ਬਾਰ ਕੀ ਪ੍ਰੈਕਟਿਸ ਕਰ ਰਹੇ, ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਿਹਾ ਸੀ। I had been reading this book since morning। ਹਾਂਜੀ, ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਿਹਾ ਸੀ। ਹੁਣ ਆਪਾਂ ਇਹਦੇ ਨੈਗੇਟਿਵ ਸੈਂਟੈਂਸ ਦੀ ਗੱਲ ਵੀ ਨਾਲ ਦੀ ਨਾਲ ਕਰ ਦਈਏ ਕਿ ਜੇ ਆਪਾਂ ਇਸ ਨੂੰ ਨੈਗੇਟਿਵ ਬਣਾਉਣਾ ਹੈ ਤਾਂ ਮੈਂ ਇਸ ਕਿਤਾਬ ਨੂੰ ਸਵੇਰ ਤੋਂ, ਹਾਂਜੀ ਆਪਾਂ ਇੱਥੇ ਲਿਖਤਾ ਨਹੀਂ ਪੜ੍ਹ ਰਿਹਾ ਸੀ ਤਾਂ ਆਪਾਂ ਨੋਟ ਕਿੱਥੇ ਲਗਾਉਣਾ ਹੈ, ਹੈਡ ਬੀਨ ਦੇ ਵਿਚਕਾਰ ਕਰਕੇ ਆਪਾਂ ਕੀ ਲਗਾ ਦੇਣਾ ਹੈ, ਨੋਟ, ਤੇ ਵਾਕ ਬਣ ਗਿਆ I had not been reading this book since morning। ਹੁਣ ਆਪਾਂ ਇਹਦੇ ਇੰਟੈਰੋਗੇਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਕਿ ਕੀ ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਿਹਾ ਸੀ ਤਾਂ ਆਪਾਂ ਚੱਕ ਕੇ ਹੈਡ ਸੈਂਟੈਂਸ ਦੇ ਸ਼ੁਰੂ ਵਿੱਚ ਲਗਾ ਦੇਵਾਂਗੇ। ਹੈਡ ਆਈ ਬੀਨ ਰੀਡਿੰਗ ਦਿਸ ਬੁੱਕ ਸਿੰਸ ਮੋਰਨਿੰਗ, ਸਿਰਫ ਹੈਡ ਬਾਹਰ ਕੱਢਿਆ ਹੈ ਤਾਂ ਇੰਟੈਰੋਗੇਟਿਵ ਸੈਂਟੈਂਸ ਬਣ ਗਿਆ ਆਪਣਾ। ਹੁਣ ਆਪਾਂ ਗੱਲ ਕਰ ਰਹੇ ਹਾਂ ਫਿਊਚਰ ਪਰਫੈਕਟ ਕੰਟੀਨਿਊਸ ਦੀ। ਹਾਂਜੀ, ਫਿਊਚਰ ਪਰਫੈਕਟ ਕੰਟੀਨਿਊਸ ਦੇ ਵਿੱਚ ਪਹਿਚਾਨ ਦੀ ਜੇ ਆਪਾਂ ਗੱਲ ਕਰੀਏ, ਤੋਂ ਰਿਹਾ ਹੋਵੇਗਾ, ਤੋਂ ਰਹੀ ਹੋਵੇਗੀ, ਤੋਂ ਰਹੇ ਹੋਣਗੇ, ਤੋਂ ਰਹੀਆਂ ਹੋਣਗੀਆਂ ਆਦਿ ਲੱਗਾ ਹੁੰਦਾ ਹੈ। ਹਾਂਜੀ, ਹੁਣ ਇਸ ਦੇ ਵਿੱਚ ਆਪਾਂ ਵਿਲ ਹੈਵ ਬੀਨ ਤੇ ਸ਼ੈਲ ਹੈਵ ਬੀਨ ਦਾ ਪ੍ਰਯੋਗ ਕਰਨਾ ਹੈ। ਸਿੰਪਲ ਤਰੀਕਾ ਦੇਖ ਲਓ, ਸਬਜੈਕਟ ਵਿਲ ਹੈਵ ਬੀਨ ਜਾਂ ਸ਼ੈਲ ਹੈਵ ਬੀਨ ਇੱਕ ਪ੍ਰਯੋਗ ਕਰਕੇ ਵਰਬ ਦੀ ਉਸੇ ਤਰ੍ਹਾਂ ਫਸਟ ਫਾਰਮ ਤੇ ING ਨਾਲ ਜੋੜ ਦੇਣਾ ਹੈ, ਫਿਰ ਉਸ ਤੋਂ ਬਾਅਦ ਆਬਜੈਕਟ ਲਗਾ ਦੇਣਾ ਹੈ, ਸਿੰਸ ਜਾਂ ਫਾਰ ਇੱਕ ਚੀਜ਼ ਲਗਾ ਕੇ ਉਸ ਤੋਂ ਬਾਅਦ ਟਾਈਮ ਯਾਨੀ ਕਿ ਸਮਾਂ ਲਗਾ ਦੇਣਾ ਹੈ। ਆਪਣੇ ਕੋਲ ਸੈਂਟੈਂਸ ਕੀ ਕਹਿ ਰਿਹਾ ਕਿ ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਿਹਾ ਹੋਵਾਂਗਾ, ਪੜ੍ਹ ਰਹੀ ਹੋਵਾਂਗੀ। ਹਾਂਜੀ, ਸੈਂਟੈਂਸ ਆਪਣੇ ਕੋਲੇ ਪੜ੍ਹ ਰਹੀ ਹੋਵਾਂਗੀ। ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਹੀ ਹੋਵਾਂਗੀ ਤਾਂ ਆਪਾਂ ਸੈਂਟੈਂਸ ਬਣਾ ਰਹੇ ਹਾਂ I shall have been reading this book since morning। ਜੇ ਆਪਾਂ ਇਸ ਦੇ ਨੈਗੇਟਿਵ ਸੈਂਟੈਂਸ ਦੀ ਗੱਲ ਕਰੀਏ ਕਿ ਮੈਂ ਇਸ ਕਿਤਾਬ ਨੂੰ ਸਵੇਰ ਤੋਂ ਨਹੀਂ ਪੜ੍ਹ ਰਹੀ ਹੋਵਾਂਗੀ, ਮੈਂ ਇਸ ਕਿਤਾਬ ਨੂੰ ਸਵੇਰ ਤੋਂ ਨਹੀਂ ਪੜ੍ਹ ਰਹੀ ਹੋਵਾਂਗੀ, I shall not ਇੱਥੇ ਲਗਾ ਦੇਣਾ ਹੈ, I shall not have been reading this book since morning। ਹੁਣ ਆਪਾਂ ਇਸ ਦੇ ਇੰਟੈਰੋਗੇਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ ਕਿ ਇੰਟੈਰੋਗੇਟਿਵ ਸੈਂਟੈਂਸ ਆਪਾਂ ਦੇ ਵਿੱਚ ਸਿਰਫ ਆਪਾਂ ਜੇ ਵਿਲ ਦਾ ਪ੍ਰਯੋਗ ਹੈ ਤਾਂ ਵਿਲ ਬਾਹਰ ਕੱਢ ਦਿਓ, ਜੇ ਸ਼ੈਲ ਦਾ ਪ੍ਰਯੋਗ ਕੀਤਾ ਹੈ ਤਾਂ ਸ਼ੈਲ ਬਾਹਰ ਕੱਢ ਦਿਓ। ਜਿਵੇਂ ਇਸ ਸੈਂਟੈਂਸ ਦੇ ਵਿੱਚ ਕੀ ਮੈਂ ਇਸ ਕਿਤਾਬ ਨੂੰ ਸਵੇਰ ਤੋਂ ਪੜ੍ਹ ਰਹੀ ਹੋਵਾਂਗੀ ਤਾਂ ਆਪਾਂ ਸ਼ੈਲ ਬਾਹਰ ਲਾਤਾ, ਸ਼ੈਲ ਆਈ ਹੈਵ ਬੀਨ ਰੀਡਿੰਗ ਦਿਸ ਬੁੱਕ ਸਿੰਸ ਮੋਰਨਿੰਗ। ਡੀਅਰ ਸਟੂਡੈਂਟਸ, ਇਹ ਸੀ ਸਾਡੀ ਅੱਜ ਦੀ ਇਹ ਵੀਡੀਓ ਜਿਸ ਦੇ ਵਿੱਚ ਤੁਸੀਂ 4th ਕਲਾਸ ਤੋਂ 12th ਕਲਾਸ ਤੱਕ ਗ੍ਰਾਮਰ ਨਾਲ ਰਿਲੇਟਡ ਵੱਖ-ਵੱਖ ਟਿਪਸ ਸਿੱਖੇ। ਉਸ ਤੋਂ ਬਾਅਦ ਵੌਇਸ ਪੂਰੇ ਵਿਸਥਾਰ ਵਿੱਚ ਸਿੱਖੀ ਤੇ ਆਈਲੈਟਸ ਸੰਬੰਧੀ ਅਸੀਂ ਕੁਝ ਆਈਲੈਟਸ ਸੰਬੰਧੀ ਜੋ ਤੁਹਾਨੂੰ ਸੁਝਾਅ ਦਿੱਤੇ, ਉਮੀਦ ਹੈ ਕਿ ਤੁਹਾਨੂੰ ਪਸੰਦ ਆਏ ਹੋਣਗੇ। ਤੇ ਨਾਲ ਜੋ ਆਈਲੈਟਸ ਨਾਲ ਰਿਲੇਟਡ ਜੋ ਟੈਂਸਿਸ ਜੋ ਕਿ ਖਾਸ ਚੀਜ਼ ਹੈ ਆਈਲੈਟਸ ਦੀ, ਉਸ ਦੇ ਬਾਰੇ ਤੁਹਾਨੂੰ ਵਿਸਥਾਰ ਵਿੱਚ ਦੱਸਿਆ। ਤੇ ਅਗਲੀ ਜੋ ਆਉਣ ਵਾਲੀਆਂ ਸਾਡੀਆਂ ਵੀਡੀਓਜ਼ ਨੇ ਉਸ ਦੇ ਵਿੱਚ ਅਸੀਂ ਤੁਹਾਨੂੰ ਗ੍ਰਾਮਰ ਦੇ ਹੋਰ ਪੋਰਸ਼ਨਸ ਸਮਝਾਉਂਦੇ ਰਹਾਂਗੇ।
ਤੇ ਨਾਲ ਹੀ ਇੱਕ ਬਹੁਤ ਜਲਦ ਅਸੀਂ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਚੈਟਿੰਗ ਕਰਨੀ ਦੱਸ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਜੋ ਆਪਾਂ ਲਿਖ ਕੇ ਚੈਟਿੰਗ ਕਰਦੇ ਹਾਂ ਕਿ ਊੜਾ ਆੜਾ ਕਿਹੜੇ ਇੰਗਲਿਸ਼ ਦੇ ਸਪੈਲਿੰਗਸ ਦਾ ਪੈਂਦਾ ਹੈ, ਕੰਨਾ ਕਿਹੜੇ ਦਾ ਪਾਉਣਾ, ਸਿਆਰੀ ਬਿਆਰੀ ਕਿਹੜੇ ਦੀ ਪਾਉਣੀ ਹੈ। ਚੈਟਿੰਗ ਨਾਲ ਰਿਲੇਟਡ ਇੱਕ ਖਾਸ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਫਿਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਬਾਕੀ ਫਿਰ ਵੀ ਤੁਹਾਡਾ ਕੋਈ ਸੁਝਾਅ ਹੋਵੇ, ਤੁਸੀਂ ਕੋਈ ਪ੍ਰੋਬਲਮ ਸੋਲਵ ਕਰਾਉਣੀ ਹੋਵੇ, ਕੋਈ ਕੁਐਸਚਨ ਪੁੱਛਣਾ ਹੋਵੇ ਤਾਂ ਤੁਸੀਂ ਮੇਰੇ ਇਸ WhatsApp ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਮੇਰਾ WhatsApp ਨੰਬਰ ਹੈ 9417447941 94174 47941